ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਮੇਰਾ ਨਾਮ ਕੰਚਨ ਆ। ਇੱਕ ਔਰਤ ਦੇ ਕਈ ਰੂਪ ਹੁੰਦੇ ਆ, ਪਰ ਲੋਕ ਉਸ ਨੂੰ ਇੱਕ ਰੂਪ ਨਾਲ ਹੀ ਜਾਣਦੇ ਆ, ਜਿਸ ਰੂਪ ਵਿੱਚ ਉਹ ਖਰੀ ਸਾਬਤ ਨਹੀਂ ਹੁੰਦੀ। ਮੈਂ ਤਾਂ ਇਸ ਦੁਨੀਆ ਲਈ ਕਲੰਕਣੀ ਸਾਬਤ ਹੋਈ ਸੀ। ਲੋਕਾਂ ਨੇ ਮੇਰਾ ਚੈਨ, ਸਕੂਨ ਸਭ ਕੁਝ ਖੋਹ ਲਿਆ ਸੀ। ਜੋ ਕੁਝ ਵੀ ਮੇਰੇ ਨਾਲ ਹੋਇਆ ਸੀ ਉਹ ਮੇਰੀ ਕਿਸਮਤ ਵਿੱਚ ਲਿਖਿਆ ਹੋਇਆ ਸੀ, ਪਰ ਲੋਕਾਂ ਨੂੰ ਲੱਗਦਾ ਸੀ ਕਿ ਮੈਂ ਦੁਨੀਆ ਦੀ ਇਕਲੌਤੀ ਕੁੜੀ ਹਾਂ ਜਿਸ ਨੇ ਜਾਣ ਬੁੱਝ ਕੇ ਆਪਣੀ ਚੰਗੀ ਭਲੀ ਕਿਸਮਤ ਨੂੰ ਠੁਕਰਾ ਦਿੱਤਾ ਹੈ। ਮੇਰੇ ਨਾਲ ਵੀ ਜੋ ਕੁਝ ਹੁੰਦਾ ਸੀ ਉਹ ਮੇਰੇ ਵੱਲੋਂ ਨਹੀਂ ਹੁੰਦਾ ਸੀ। ਆਖਰ ਕਿਹੜੀ ਕੁੜੀ ਚਾਹੇਗੀ ਕਿ ਮੇਰੇ ਨਸੀਬ ਖਰਾਬ ਹੋ ਜਾਣ। ਮੈਨੂੰ ਸਮਝਣ ਵਾਲਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਸੀ। ਜਦੋਂ ਮੇਰੀ ਮਾਂ ਨੂੰ ਪਤਾ ਲੱਗਿਆ ਕਿ ਮੇਰੀ ਮਾਂ ਬਣਨ ਵਾਲੀ ਆ ਤਾਂ ਮੇਰੇ ਪਾਪਾ ਦਾ ਬਿਜ਼ਨਸ ਬੰਦ ਹੋ ਗਿਆ। ਮੇਰੇ ਪਾਪਾ ਦਾ ਢਾਬਾ ਸੀ। ਅਚਾਨਕ ਅੱਗ ਲੱਗਣ ਦੇ ਕਾਰਨ ਬਹੁਤ ਨੁਕਸਾਨ ਹੋ ਗਿਆ। ਉਹਨਾਂ ਦਾ ਕੰਮ ਬਿਲਕੁਲ ਹੀ ਠੱਪ ਹੋ ਗਿਆ। ਸਾਡੇ ਘਰ ਵਿੱਚ ਤਾਂ ਗੁਜ਼ਾਰਾ ਕਰਨ ਲਈ ਕੁਝ ਵੀ ਨਹੀਂ ਸੀ। ਮੇਰੇ ਪਾਪਾ ਘਰ ਵਿੱਚ ਵੱਡੇ ਸੀ, ਇਸ ਲਈ ਉਹਨਾਂ 'ਤੇ ਆਪਣੇ ਛੋਟੇ ਭਰਾ ਅਤੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸੀ। ਸਾਡੇ ਘਰ 'ਚ ਮੇਰੀ ਦਾਦੀ ਸੀ, ਮੇਰੇ ਚਾਚਾ ਅਤੇ ਚਾਚੀ ਸੀ। ਮੇਰੇ ਚਾਚੇ ਨੂੰ ਮੇਰੇ ਪਾਪਾ ਨੇ ਹਮੇਸ਼ਾ ਆਪਣੀ ਔਲਾਦ ਸਮਝਿਆ ਸੀ। ਚਾਚੇ ਦੇ ਵਿਆਹ ਹੋਣ ਤੋਂ ਬਾਅਦ ਵੀ ਮੇਰੇ ਪਾਪਾ ਉਹਨਾਂ ਦਾ ਸਾਰਾ ਖਰਚਾ ਚੁੱਕ ਰਹੇ ਸੀ, ਕਿਉਂਕਿ ਮੇਰੇ ਪਾਪਾ ਦਾ ਕੰਮ ਬਹੁਤ ਵਧੀਆ ਚੱਲਦਾ ਸੀ। ਆਪਣੇ ਪਰਿਵਾਰ ਲਈ ਇੰਨਾ ਤਾਂ ਉਹ ਕਰ ਹੀ ਸਕਦੇ ਸੀ, ਪਰ ਜ਼ਿੰਦਗੀ ਨੇ ਅਚਾਨਕ ਅਜਿਹਾ ਮੋੜ ਲਿਆ ਜਿਸ ਲਈ ਮੇਰਾ ਪਰਿਵਾਰ 2 ਵਕਤ ਦੀ ਰੋਟੀ ਨੂੰ ਵੀ ਤਰਸਦਾ ਸੀ। ਮੇਰੀ ਮਾਂ ਨੇ ਪੂਰੇ 9 ਮਹੀਨੇ ਗਰੀਬਾਂ ਦੀ ਤਰ੍ਹਾਂ ਗੁਜ਼ਾਰੇ ਸੀ। ਉਸ ਤੋਂ ਬਾਅਦ ਮੈਂ ਜਨਮ ਲਿਆ। ਸ਼ਾਇਦ ਮੇਰੀ ਬਰਬਾਦੀ ਦੀ ਕਹਾਣੀ ਇੱਥੋਂ ਹੀ ਸ਼ੁਰੂ ਹੋ ਗਈ ਸੀ, ਕਿਉਂਕਿ ਮੇਰੇ ਜਨਮ ਤੋਂ ਪਹਿਲਾਂ ਮੇਰੀ ਮਾਂ ਬਿਲਕੁਲ ਠੀਕ ਸੀ। ਜਦੋਂ ਮੇਰਾ ਜਨਮ ਹੋਇਆ ਮੇਰੀ ਮਾਂ ਨੂੰ ਪਤਾ ਨਹੀਂ ਕੀ ਹੋਇਆ, ਉਹ ਇਸ ਦੁਨੀਆ ਤੋਂ ਚਲੀ ਗਈ। ਬਸ ਉਸ ਦਿਨ ਤੋਂ ਹੀ ਮੈਨੂੰ ਕਲਮੂਹੀ ਕਹਿਣ ਲੱਗੇ। ਮੇਰੀ ਚਾਚੀ ਕਹਿੰਦੀ ਸੀ ਕਿ ਜਦੋਂ ਆਪਣੀ ਮਾਂ ਦੇ ਪੇਟ ਵਿੱਚ ਆਈ ਤਾਂ ਆਪਣੇ ਪਿਓ ਦਾ ਬਿਜ਼ਨਸ ਖਾ ਗਈ, ਅਤੇ ਜਦੋਂ ਇਸ ਦੁਨੀਆ ਵਿੱਚ ਕਦਮ ਰੱਖਿਆ ਤਾਂ ਆਪਣੀ ਮਾਂ ਦੀ ਜਾਨ ਲੈ ਲਈ। ਹੌਲੀ ਹੌਲੀ ਵੱਡੀ ਹੁੰਦੀ ਗਈ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਸ ਘਰ ਲਈ ਮੈਂ ਬਿਲਕੁਲ ਵੀ ਸ਼ੁਭ ਨਹੀਂ ਹਾਂ, ਕਿਉਂਕਿ ਮੇਰੇ ਆਉਣ ਨਾਲ ਇਸ ਘਰ ਦੀ ਬਰਬਾਦੀ ਸ਼ੁਰੂ ਹੋ ਗਈ ਸੀ। ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਤਾਂ ਮੇਰੇ ਪਾਪਾ ਦੀ ਬਹੁਤ ਕੀਮਤੀ ਜ਼ਮੀਨ ਉਹਨਾਂ ਦੇ ਹੱਥੋਂ ਨਿਕਲ ਗਈ। ਅਸੀਂ ਪਿੰਡ ਦੇ ਰਹਿਣ ਵਾਲੇ ਸੀ। ਪਿੰਡ ਦੇ ਕੁਝ ਲਾਲਚੀ ਲੋਕਾਂ ਨੇ ਮੇਰੇ ਪਾਪਾ ਦੀ ਜ਼ਮੀਨ ਹੜੱਪ ਲਈ। ਮੇਰੇ ਪਰਿਵਾਰ ਵਾਲੇ ਇਹੀ ਕਹਿੰਦੇ ਸੀ ਕਿ ਜਦੋਂ ਦੀ ਇਸ ਘਰ ਵਿੱਚ ਆਈ ਆ ਇਸ ਨੇ ਸਾਨੂੰ ਬਰਬਾਦ ਕਰਕੇ ਰੱਖ ਦਿੱਤਾ। ਜਦੋਂ ਮੈਂ ਛੋਟੀ ਸੀ ਤਾਂ ਮੈਂ ਇਸ ਗੱਲ ਦਾ ਮਤਲਬ ਨਹੀਂ ਸਮਝ ਸਕੀ ਸੀ, ਪਰ ਜਦੋਂ ਮੈਂ ਵੱਡੀ ਹੋ ਗਈ ਤਾਂ ਮੈਨੂੰ ਸਭ ਕੁਝ ਸਮਝ ਆ ਰਿਹਾ ਸੀ। ਮੇਰੇ ਪਰਿਵਾਰ ਦਾ ਬਿਹੇਵੀਅਰ ਮੇਰੇ ਨਾਲ ਅਜਿਹਾ ਹੀ ਸੀ, ਪਰ ਜਦੋਂ ਮੈਂ ਦੂਜੀਆਂ ਕੁੜੀਆਂ ਨੂੰ ਦੇਖਦੀ ਸੀ ਤਾਂ ਉਹ ਆਪਣੇ ਪੇਰੈਂਟਸ ਨਾਲ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਸਪੈਂਡ ਕਰ ਰਹੀਆਂ ਸੀ, ਪਰ ਮੈਂ ਇੱਕ ਅਜਿਹੀ ਸੀ ਜਿਸ ਦੀ ਮਾਂ ਤਾਂ ਦੁਨੀਆ ਤੋਂ ਜਾ ਚੁੱਕੀ ਸੀ, ਪਰ ਮੇਰਾ ਪਿਓ ਮੈਨੂੰ ਮੂੰਹ ਨਹੀਂ ਲਾਉਂਦਾ ਸੀ। ਜੇ ਕਿਸੇ ਨੂੰ ਮੇਰੀ ਥੋੜ੍ਹੀ ਬਹੁਤੀ ਪਰਵਾਹ ਸੀ ਤਾਂ ਉਹ ਮੇਰੀ ਦਾਦੀ ਸੀ। ਜਦੋਂ ਮੇਰੇ ਪਾਪਾ ਗੁੱਸੇ ਵਿੱਚ ਮੇਰੇ 'ਤੇ ਹੱਥ ਚੁੱਕਦੇ ਸੀ ਤਾਂ ਮੇਰੀ ਦਾਦੀ ਮੈਨੂੰ ਬਚਾ ਲੈਂਦੀ। ਚਾਚੀ ਨੇ ਤਾਂ ਮੈਨੂੰ ਛੋਟੀ ਉਮਰ ਵਿੱਚ ਹੀ ਘਰ ਦੇ ਕੰਮ ਕਰਨ ਲਾ ਲਿਆ। ਚਾਚੀ ਜੀ ਨੇ ਆਪਣੀ ਕਮਾਈ ਆਪਣੇ ਕੋਲ ਰੱਖਣੀ ਸ਼ੁਰੂ ਕਰ ਦਿੱਤੀ। ਉਹ ਤਾਂ ਪਹਿਲਾਂ ਵੀ ਆਪਣੀ ਕਮਾਈ ਆਪਣੇ ਕੋਲ ਹੀ ਰੱਖਦੇ ਸੀ। ਹੁਣ ਉਹਨਾਂ ਨੇ ਆਪਣੀ ਕਮਾਈ ਵਿੱਚ ਸਾਨੂੰ ਸ਼ਾਮਲ ਕਰਨਾ ਬੰਦ ਕਰ ਦਿੱਤਾ। ਮੇਰੇ ਪਾਪਾ ਦੇ ਹਾਲਾਤ ਬਹੁਤ ਹੀ ਖਰਾਬ ਹੋ ਗਏ। ਚਾਚਾ ਜੀ ਨੇ ਪਾਪਾ ਤੋਂ ਬਿਲਕੁਲ ਕਿਨਾਰਾ ਹੀ ਕਰ ਲਿਆ। ਉਹ ਆਪਣਾ ਖਾਣਾ ਵੀ ਅਲੱਗ ਖਾਂਦੇ। ਮੇਰੇ ਪਾਪਾ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਬੁਰੇ ਵਕਤ ਵਿੱਚ ਮੇਰੇ ਭਰਾ ਨੇ ਮੇਰਾ ਸਾਥ ਛੱਡ ਦਿੱਤਾ। ਦਾਦੀ ਪਾਪਾ ਨੂੰ ਬਹੁਤ ਸਮਝਾਉਂਦੀ ਕਿ ਸਭ ਕੁਝ ਠੀਕ ਹੋ ਜਾਵੇਗਾ, ਪਰ ਕੁਝ ਵੀ ਠੀਕ ਨਹੀਂ ਹੋ ਰਿਹਾ ਸੀ। ਮੈਨੂੰ ਸਕੂਲ ਪੜ੍ਹਨ ਲਈ ਵੀ ਨਹੀਂ ਭੇਜਿਆ ਗਿਆ ਸੀ, ਕਿਉਂਕਿ ਮੇਰੀ ਵਜ੍ਹਾ ਕਰਕੇ ਉਹਨਾਂ ਨੂੰ 2 ਵਕਤ ਦੀ ਰੋਟੀ ਵੀ ਮੁਸ਼ਕਲ ਹੋ ਗਈ ਸੀ। ਜ਼ਿੰਦਗੀ ਇਸੇ ਤਰ੍ਹਾਂ ਲੰਘ ਰਹੀ ਸੀ। ਜਦੋਂ ਮੈਂ 12 ਸਾਲ ਦੀ ਹੋਈ ਤਾਂ ਪਾਪਾ ਇਸ ਦੁਨੀਆ ਤੋਂ ਚਲੇ ਗਏ। ਫਿਰ ਮੇਰਾ ਖਿਆਲ ਮੇਰੀ ਦਾਦੀ ਰੱਖਦੀ ਸੀ। ਜਦੋਂ ਮੈਂ ਛੋਟੀ ਸੀ, ਬਾਹਰ ਖੇਡਣ ਦੇ ਲਈ ਜਾਂਦੀ ਸੀ ਤਾਂ ਗਲੀ ਮੁਹੱਲੇ ਦੇ ਬੱਚੇ ਮੇਰੇ ਨਾਲ ਨਹੀਂ ਖੇਡਦੇ ਸੀ। ਜੇ ਕੋਈ ਕੁੜੀ ਮੇਰੇ ਨਾਲ ਖੇਡਣ ਲੱਗ ਜਾਂਦੀ ਤਾਂ ਉਸ ਦੀ ਮਾਂ ਉਸ ਨੂੰ ਫੜ ਕੇ ਘਰ ਲੈ ਜਾਂਦੀ ਅਤੇ ਕਹਿੰਦੀ ਸੀ ਕਿ ਤੈਨੂੰ ਇਸ ਕਲਮੂਹੀ ਨਾਲ ਖੇਡਣ ਦੀ ਕੋਈ ਜ਼ਰੂਰਤ ਨਹੀਂ। ਇਸ ਦੇ ਨਾਲ ਖੇਡਣਾ ਮਤਲਬ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨਾ। ਇਹ ਤਾਂ ਆਪਣੇ ਘਰ ਦੀਆਂ ਖੁਸ਼ੀਆਂ ਖਾ ਗਈ। ਇਹ ਬਰਬਾਦੀ ਦੀ ਜੜ ਆ। ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਹੀ ਰੋਣ ਆਉਂਦਾ।
ਹੁਣ ਜਦੋਂ ਮੈਂ ਵੱਡੀ ਹੋ ਗਈ, ਸਮਝਦਾਰ ਹੋ ਗਈ, ਤਾਂ ਜਦੋਂ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਸੀ ਤਾਂ ਮੈਂ ਰੋ ਰੋ ਕੇ ਬੁਰਾ ਹਾਲ ਕਰ ਲੈਂਦੀ ਸੀ। ਦਾਦੀ ਨੂੰ ਮੇਰੀ ਤਕਲੀਫ ਦਾ ਥੋੜ੍ਹਾ ਬਹੁਤਾ ਅੰਦਾਜ਼ਾ ਹੋ ਜਾਂਦਾ ਸੀ। ਦਾਦੀ ਮੈਨੂੰ ਕਹਿੰਦੀ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ, ਤੂੰ ਫਿਕਰ ਨਾ ਕਰ, ਮੈਂ ਮਰਨ ਤੋਂ ਪਹਿਲਾਂ ਤੇਰਾ ਵਿਆਹ ਕਰਕੇ ਜਾਵਾਂਗੀ, ਕਿਉਂਕਿ ਮੈਂ ਤੈਨੂੰ ਤੇਰੇ ਚਾਚਾ ਚਾਚੀ ਦੇ ਭਰੋਸੇ 'ਤੇ ਨਹੀਂ ਛੱਡ ਸਕਦੀ। ਮੈਂ ਦਾਦੀ ਨੂੰ ਕਹਿੰਦੀ ਸੀ ਕਿ ਦਾਦੀ, ਜੇ ਵਿਆਹ ਤੋਂ ਬਾਅਦ ਵੀ ਮੇਰੀ ਕਿਸਮਤ ਇਹੋ ਜਿਹੀ ਹੋਈ ਫਿਰ ਮੈਂ ਕੀ ਕਰਾਂਗੀ, ਕਿਉਂਕਿ ਮੈਂ ਸਾਰੀ ਉਮਰ ਲੋਕਾਂ ਦੇ ਤਾਨੇ ਸੁਣ ਸੁਣ ਕੇ ਲੰਘਾਈ ਸੀ। ਦਾਦੀ, ਕੀ ਮੈਂ ਇੰਨੀ ਹੀ ਬੁਰੀ ਹਾਂ? ਸਭ ਕੁਝ ਮੇਰੀ ਵਜ੍ਹਾ ਕਰਕੇ ਹੁੰਦਾ। ਦਾਦੀ ਨੇ ਕਿਹਾ, ਨਹੀਂ ਨਹੀਂ ਮੇਰੀ ਬੱਚੀ, ਤੂੰ ਤਾਂ ਬਹੁਤ ਚੰਗੀ ਆ, ਬਸ ਤੇਰੇ ਨਸੀਬ ਹੀ ਖਰਾਬ ਆ। ਤੂੰ ਫਿਕਰ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ। ਇੱਕ ਨਾ ਇੱਕ ਦਿਨ ਤੇਰੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਆਉਣਗੀਆਂ। ਰੱਬ ਦੇ ਘਰ ਦੇਰ ਆ, ਹਨੇਰ ਨਹੀਂ। ਦਾਦੀ ਦੀ ਗੱਲ ਸੁਣ ਕੇ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਪੂਰੀ ਦੁਨੀਆ ਵਿੱਚ ਮੇਰੀ ਦਾਦੀ ਤੋਂ ਇਲਾਵਾ ਮੇਰਾ ਕੋਈ ਵੀ ਨਹੀਂ। ਹੌਲੀ ਹੌਲੀ ਦਾਦੀ ਬਿਮਾਰ ਰਹਿਣ ਲੱਗ ਗਈ। ਚਾਚੇ ਚਾਚੀ ਨੂੰ ਤਾਂ ਮੇਰੀ ਅਤੇ ਦਾਦੀ ਨਾਲ ਕੋਈ ਮਤਲਬ ਨਹੀਂ ਸੀ। ਪਾਪਾ ਦੀ ਮੌਤ ਤੋਂ ਬਾਅਦ ਚਾਚੇ ਚਾਚੀ ਨੇ ਸਾਨੂੰ ਘਰ ਵਿੱਚ ਲਵਾਰਸਾਂ ਦੀ ਤਰ੍ਹਾਂ ਜਗ੍ਹਾ ਦਿੱਤੀ ਹੋਈ ਸੀ। ਦਾਦੀ ਨੇ ਆਪਣੀ ਤਬੀਅਤ ਨੂੰ ਦੇਖਦੇ ਹੋਏ ਚਾਚੇ ਨੂੰ ਕਿਹਾ ਕਿ ਮੈਂ ਕੰਚਨ ਦਾ ਰਿਸ਼ਤਾ ਕਰਨਾ ਚਾਹੁੰਦੀ ਹਾਂ। ਜੇ ਇਸ ਦਾ ਵਿਆਹ ਹੋ ਜਾਵੇ ਤਾਂ ਮੈਨੂੰ ਸਕੂਨ ਮਿਲ ਜਾਵੇਗਾ, ਫਿਰ ਚਾਹੇ ਮੈਨੂੰ ਮੌਤ ਆ ਜਾਵੇ, ਕੋਈ ਪਰਵਾਹ ਨਹੀਂ। ਚਾਚੇ ਚਾਚੀ ਦੇ ਆਪਣੇ ਕੋਈ ਔਲਾਦ ਨਹੀਂ ਸੀ। ਉਹ ਆਪਣੀ ਔਲਾਦ ਮੈਨੂੰ ਸਮਝ ਸਕਦੇ ਸੀ, ਪਰ ਉਹ ਤਾਂ ਮੈਨੂੰ ਇਨਸਾਨ ਵੀ ਨਹੀਂ ਸਮਝਦੇ ਸੀ। ਚਾਚੀ ਤਾਂ ਮੈਨੂੰ ਆਪਣੇ ਕਮਰੇ ਵਿੱਚ ਵੀ ਨਹੀਂ ਆਉਣ ਦਿੰਦੀ ਸੀ। ਕਹਿੰਦੀ ਸੀ ਕਿ ਮੇਰੇ ਕਮਰੇ ਵਿੱਚ ਪੈਰ ਨਾ ਪਾਵੀਂ, ਤੇ ਮੈਂ ਤੇਰੀ ਵਜ੍ਹਾ ਕਰਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਨਹੀਂ ਪਾਉਣਾ ਚਾਹੁੰਦੀ। ਦਾਦੀ ਘਰ ਦੇ ਅਜਿਹੇ ਹਾਲਾਤ ਦੇਖ ਕੇ ਆਪਣੇ ਜਿਉਂਦੇ ਜੀ ਮੇਰਾ ਵਿਆਹ ਕਰਨਾ ਚਾਹੁੰਦੀ ਸੀ, ਕਿਉਂਕਿ ਦਾਦੀ ਨੂੰ ਪਤਾ ਸੀ ਜੇ ਮੈਂ ਇਸ ਦੁਨੀਆ ਤੋਂ ਚਲੀ ਗਈ ਤਾਂ ਕੰਚਨ ਦਾ ਆਪਣਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਜੋ ਉਸ ਨੂੰ ਸਮਝ ਸਕੇ। ਚਾਚੇ ਨੇ ਦਾਦੀ ਨੂੰ ਕਿਹਾ ਕਿ ਜੇ ਤੁਸੀਂ ਇਸ ਦਾ ਵਿਆਹ ਕਰਨਾ ਚਾਹੁੰਦੇ ਹੋ ਤਾਂ ਬੇਸ਼ੱਕ ਕਰ ਦਿਓ, ਪਰ ਮੇਰੇ ਕੋਲ ਇਸ ਨੂੰ ਦੇਣ ਦੇ ਲਈ ਕੁਝ ਵੀ ਨਹੀਂ। ਇਸ ਦਾ ਪਿਓ ਇਸ ਲਈ ਕੁਝ ਛੱਡ ਕੇ ਜਾਂਦਾ ਤਾਂ ਮੈਂ ਇਸ ਦੀ ਜ਼ਿੰਮੇਵਾਰੀ ਨਿਭਾ ਦਿੰਦਾ, ਪਰ ਇਹਨੇ ਤਾਂ ਇਸ ਦੁਨੀਆ ਵਿੱਚ ਆ ਕੇ ਆਪਣੇ ਪਿਓ ਨੂੰ ਬਰਬਾਦ ਕਰਕੇ ਰੱਖ ਦਿੱਤਾ। ਇਸ ਨਾਲ ਵਿਆਹ ਵੀ ਕੌਣ ਕਰਵਾਵੇਗਾ? ਕਿਉਂਕਿ ਪੂਰਾ ਪਿੰਡ ਜਾਣਦਾ ਜਦੋਂ ਦਾ ਇਸ ਨੇ ਜਨਮ ਲਿਆ ਕਿਹੋ ਜਿਹੇ ਕਾਂਡ ਕੀਤੇ ਆ। ਇਸ ਨੂੰ ਆਪਣੇ ਘਰ ਦੀ ਨੂੰਹ ਬਣਾ ਕੇ ਆਪਣਾ ਘਰ ਕੌਣ ਬਰਬਾਦ ਕਰੇਗਾ? ਦਾਦੀ ਚਾਚੇ ਦੀ ਗੱਲ ਸੁਣ ਕੇ ਉਦਾਸ ਹੋ ਗਈ। ਦਾਦੀ ਮੇਰੇ ਲਈ ਰਿਸ਼ਤਾ ਲੱਭ ਕੇ ਥੱਕ ਚੁੱਕੀ ਸੀ, ਪਰ ਕੋਈ ਵੀ ਮੇਰੇ ਨਾਲ ਵਿਆਹ ਕਰਵਾਉਣ ਦੇ ਲਈ ਤਿਆਰ ਨਹੀਂ ਸੀ। ਇੱਕ ਦਿਨ ਚਾਚੀ ਨੇ ਹੱਦ ਹੀ ਕਰ ਦਿੱਤੀ। ਉਸਨੇ ਦਾਦੀ ਨੂੰ ਕਿਹਾ ਕਿ ਮੈਂ ਕੰਚਨ ਦੇ ਲਈ ਇੱਕ ਰਿਸ਼ਤਾ ਦੇਖਿਆ, ਪਰ ਦਾਦੀ ਨੇ ਕਿਹਾ ਕਿ ਮੈਂ ਵਿਆਹ ਕਰਨ ਤੋਂ ਪਹਿਲਾਂ ਇੱਕ ਵਾਰੀ ਮੁੰਡੇ ਨੂੰ ਦੇਖਣਾ ਚਾਹੁੰਦੀ ਹਾਂ। ਪਰ ਚਾਚੀ ਨੇ ਮੁੰਡੇ ਨੂੰ ਨਹੀਂ ਮਿਲਾਇਆ, ਬਸ ਮੁੰਡੇ ਦੀਆਂ ਤਾਰੀਫਾਂ ਕਰ ਦਿੱਤੀਆਂ ਕਿ ਮੁੰਡਾ ਇਕਲੌਤਾ, ਉਹਦੇ ਅੱਗੇ ਪਿੱਛੇ ਕੋਈ ਨਹੀਂ, ਉਹ ਵਧੀਆ ਜੌਬ ਕਰਦਾ ਅਤੇ ਇਕੱਲਾ ਹੀ ਘਰ 'ਚ ਰਹਿੰਦਾ, ਤੁਹਾਡੀ ਕੰਚਨ ਉਸ ਨਾਲ ਖੁਸ਼ ਰਹੇਗੀ। ਪਰ ਦਾਦੀ ਨੂੰ ਚਾਚੀ ਦੀ ਗੱਲ 'ਤੇ ਕੋਈ ਯਕੀਨ ਨਹੀਂ ਸੀ। ਦਾਦੀ ਇੱਕ ਵਾਰ ਉਸ ਮੁੰਡੇ ਨੂੰ ਮਿਲਣਾ ਚਾਹੁੰਦੀ ਸੀ ਅਤੇ ਉਸ ਬਾਰੇ ਪੂਰੀ ਜਾਂਚ ਪੜਤਾਲ ਕਰਨਾ ਚਾਹੁੰਦੀ ਸੀ, ਪਰ ਚਾਚੀ ਇਸ ਗੱਲ ਲਈ ਬਿਲਕੁਲ ਵੀ ਰਾਜੀ ਨਹੀਂ ਸੀ। ਚਾਚੀ ਨੇ ਕਿਹਾ ਕਿ ਤੁਸੀਂ ਉਸ ਮੁੰਡੇ ਨਾਲ ਕੰਚਨ ਦਾ ਵਿਆਹ ਕਰਵਾ ਦਿਓ, ਪਰ ਦਾਦੀ ਨਹੀਂ ਮੰਨ ਰਹੀ ਸੀ। ਫਿਰ ਚਾਚੀ ਨੇ ਮੁੰਡੇ ਦੀ ਫੋਟੋ ਦਾਦੀ ਨੂੰ ਦਿਖਾਈ ਤਾਂ ਦਾਦੀ ਨੂੰ ਮੁੰਡਾ ਪਸੰਦ ਆ ਗਿਆ। ਮੁੰਡਾ ਫੋਟੋ 'ਚ ਵਧੀਆ ਲੱਗ ਰਿਹਾ ਸੀ। ਦਾਦੀ ਨੂੰ ਲੱਗਿਆ ਕਿ ਸ਼ਾਇਦ ਰੀਅਲ ਵਿੱਚ ਵੀ ਅਜਿਹਾ ਹੀ ਲੱਗਦਾ ਹੋਵੇਗਾ। ਦਾਦੀ ਵਿਆਹ ਲਈ ਮੰਨ ਗਈ। ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਮੇਰਾ ਵਿਆਹ ਹੋਣ ਵਾਲਾ ਸੀ। ਚਾਚੀ ਨੇ ਦਾਦੀ ਨੂੰ ਕਿਹਾ ਕਿ ਮੁੰਡਾ ਬਿਲਕੁਲ ਹੀ ਇਕੱਲਾ, ਇਸ ਲਈ ਉਹ ਬਰਾਤ ਵਿੱਚ ਕਿਸੇ ਨੂੰ ਵੀ ਸ਼ਾਮਲ ਨਹੀਂ ਕਰ ਸਕਦਾ। ਉਹ ਇਕੱਲਾ ਹੀ ਆਵੇਗਾ ਅਤੇ ਕੰਚਨ ਨਾਲ ਵਿਆਹ ਕਰਵਾ ਕੇ ਉਸ ਨੂੰ ਵਿਦਾ ਕਰਕੇ ਆਪਣੇ ਘਰ ਲੈ ਜਾਵੇਗਾ। ਉਹ ਮੁੰਡਾ ਸਿਹਰਾ ਬੰਨ੍ਹ ਕੇ ਮੇਰੇ ਨਾਲ ਵਿਆਹ ਕਰਵਾਉਣ ਦੇ ਲਈ ਆ ਗਿਆ, ਪਰ ਦਾਦੀ ਨੂੰ ਕੁਝ ਗੜਬੜ ਦਾ ਅਹਿਸਾਸ ਹੋ ਰਿਹਾ ਸੀ। ਦਾਦੀ ਨੇ ਚਾਚੀ ਨੂੰ ਕਿਹਾ ਕਿ ਮੁੰਡੇ ਦੇ ਚਿਹਰੇ ਤੋਂ ਸਿਹਰਾ ਉਤਾਰ ਦੇ, ਮੈਂ ਮੁੰਡੇ ਨੂੰ ਦੇਖਣਾ। ਪਰ ਚਾਚੀ ਦਾਦੀ ਦੀ ਗੱਲ ਨਹੀਂ ਸੁਣ ਰਹੀ ਸੀ। ਦਾਦੀ ਨੂੰ ਸ਼ੱਕ ਹੋਣ ਲੱਗਿਆ ਕਿ ਕੁਝ ਨਾ ਕੁਝ ਗੜਬੜਾ। ਮੈਂ ਦੁਲਹਨ ਬਣੀ ਬੈਠੀ ਰੋ ਰਹੀ ਸੀ, ਕਿਉਂਕਿ ਮੈਂ ਦਾਦੀ ਤੋਂ ਅਲੱਗ ਨਹੀਂ ਹੋਣਾ ਚਾਹੁੰਦੀ ਸੀ। ਦਾਦੀ ਹਾਰ ਨਹੀਂ ਮੰਨਣ ਵਾਲੀ ਸੀ। ਦਾਦੀ ਨੇ ਝਟਕੇ ਨਾਲ ਉਸ ਮੁੰਡੇ ਦੇ ਚਿਹਰੇ ਤੋਂ ਸਿਹਰਾ ਖਿੱਚ ਲਿਆ। ਜਦੋਂ ਦਾਦੀ ਨੇ ਉਸ ਦਾ ਚਿਹਰਾ ਦੇਖਿਆ ਤਾਂ ਦਾਦੀ ਦੇ ਹੋਸ਼ ਉੱਡ ਗਏ, ਕਿਉਂਕਿ ਉਹ ਕੋਈ ਮੁੰਡਾ ਨਹੀਂ ਬਲਕਿ ਵੱਡੀ ਉਮਰ ਦਾ ਆਦਮੀ ਸੀ, ਜਿਸ ਦੀਆਂ ਮੁੱਛਾਂ ਤੇ ਦਾੜੀ ਵੀ ਚਿੱਟੀ ਸੀ।
ਇਹ ਉਹ ਮੁੰਡਾ ਨਹੀਂ ਸੀ। ਚਾਚੀ ਨੇ ਜਿਸ ਮੁੰਡੇ ਦੀ ਫੋਟੋ ਦਾਦੀ ਨੂੰ ਦਿਖਾਈ ਸੀ, ਦਾਦੀ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਦਾਦੀ ਨੇ ਕਿਹਾ, ਇਹ ਤਾਂ ਚੰਗਾ ਹੋਇਆ ਵਿਆਹ ਹੋਣ ਤੋਂ ਪਹਿਲਾਂ ਇਹ ਸੱਚਾਈ ਮੇਰੇ ਸਾਹਮਣੇ ਆ ਗਈ, ਪਰ ਜੇ ਵਿਆਹ ਹੋਣ ਤੋਂ ਬਾਅਦ ਪਤਾ ਲੱਗਦਾ ਤਾਂ ਬਹੁਤ ਵੱਡਾ ਕਹਿਰ ਹੋ ਜਾਣਾ ਸੀ। ਦਾਦੀ ਨੇ ਉਸ ਆਦਮੀ ਨੂੰ ਝਿੜਕ ਕੇ ਘਰੋਂ ਭਜਾ ਦਿੱਤਾ। ਫਿਰ ਚਾਚਾ ਚਾਚੀ ਨੂੰ ਕਿਹਾ ਕਿ ਤੁਸੀਂ ਮੇਰੀ ਪੋਤੀ ਦਾ ਵਿਆਹ ਇੰਨੀ ਉਮਰ ਦੇ ਆਦਮੀ ਨਾਲ ਕਰ ਰਹੇ ਹੋ, ਜਦ ਕਿ ਉਸ ਦੀ ਉਮਰ ਤਾਂ ਅਜੇ 18 ਸਾਲ ਵੀ ਨਹੀਂ ਹੋਈ ਤੇ ਉਸ ਆਦਮੀ ਦੀ ਉਮਰ 55 ਸਾਲ ਹੋਵੇਗੀ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਲਵਾਰਸ ਬੱਚੀ ਨਾਲ ਇਹ ਸਭ ਕੁਝ ਕਰਦੇ ਹੋਏ। ਦਾਦੀ ਅਤੇ ਚਾਚੀ ਵਿੱਚ ਇਸ ਗੱਲ 'ਤੇ ਬਹਿਸ ਹੋ ਗਈ। ਚਾਚੀ ਨੇ ਕਿਹਾ ਕਿ ਸ਼ੁਕਰ ਕਰੋ ਉਹ ਆਦਮੀ ਕੰਚਨ ਨਾਲ ਵਿਆਹ ਕਰਵਾਉਣ ਦੇ ਲਈ ਤਿਆਰ ਹੋ ਗਿਆ, ਵਰਨਾ ਕੰਚਨ ਨਾਲ ਕੋਈ ਵੀ ਵਿਆਹ ਨਹੀਂ ਕਰਵਾਵੇਗਾ। ਦਾਦੀ ਨੇ ਕਿਹਾ, ਤੁਹਾਨੂੰ ਕੰਚਨ ਲਈ ਰਿਸ਼ਤੇ ਲੱਭਣ ਦੀ ਕੋਈ ਜ਼ਰੂਰਤ ਨਹੀਂ, ਮੈਂ ਖੁਦ ਹੀ ਆਪਣੀ ਪੋਤੀ ਦਾ ਵਿਆਹ ਕਰਾਂਗੀ। ਫਿਰ ਦਾਦੀ ਨੇ ਆਸ-ਪਾਸ ਦੇ ਪਿੰਡਾਂ ਵਿੱਚ ਮੇਰੇ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਸੋਹਣੀ ਸੀ। ਦਾਦੀ ਮੇਰੀ ਫੋਟੋ ਵਿਖਾ ਕੇ ਰਿਸ਼ਤੇ ਦੀ ਗੱਲ ਕਰਦੀ ਸੀ। ਫਾਈਨਲੀ ਦਾਦੀ ਨੇ ਮੇਰੇ ਲਈ ਇੱਕ ਰਿਸ਼ਤਾ ਲੱਭ ਲਿਆ। ਸਾਡੇ ਨਾਲ ਵਾਲੇ ਪਿੰਡ ਦੀ ਔਰਤ ਮੈਨੂੰ ਆਪਣੇ ਘਰ ਦੀ ਨੂੰਹ ਬਣਾਉਣ ਦੇ ਲਈ ਤਿਆਰ ਹੋ ਗਈ। ਉਸਨੇ ਮੈਨੂੰ ਆਪਣੇ ਮੁੰਡੇ ਲਈ ਪਸੰਦ ਕਰ ਲਿਆ। ਉਹਨਾਂ ਨੇ ਮੈਨੂੰ ਤਾਂ ਨਹੀਂ ਦੇਖਿਆ ਸੀ, ਪਰ ਦਾਦੀ ਨੇ ਉਹਨਾਂ ਨੂੰ ਮੇਰੀ ਫੋਟੋ ਦਿਖਾ ਦਿੱਤੀ ਸੀ। ਫਿਰ ਜਿਸ ਦਿਨ ਚਾਚੀ ਆਪਣੇ ਪੇਕੇ ਗਈ ਸੀ, ਮੈਨੂੰ ਮੁੰਡੇ ਦੀ ਮਾਂ ਨਾਲ ਮਿਲਵਾ ਦਿੱਤਾ। ਫਿਰ ਉਸ ਔਰਤ ਨੇ ਮੈਨੂੰ ਪਸੰਦ ਕਰ ਲਿਆ। ਦਾਦੀ ਨੂੰ ਵੀ ਉਸ ਦਾ ਬੇਟਾ ਬਹੁਤ ਪਸੰਦ ਆਇਆ, ਬਲਕਿ ਦਾਦੀ ਨੇ ਉਸ ਨਾਲ ਗੱਲਬਾਤ ਵੀ ਕਰ ਲਈ ਸੀ। ਇਸ ਤਰ੍ਹਾਂ ਮੇਰਾ ਰਿਸ਼ਤਾ ਪੱਕਾ ਹੋ ਗਿਆ। ਪੂਰੇ 10 ਦਿਨ ਬਾਅਦ ਮੇਰਾ ਵਿਆਹ ਕਰ ਦਿੱਤਾ ਗਿਆ। ਮੇਰੇ ਚਾਚਾ ਚਾਚੀ ਨੂੰ ਤਾਂ ਬਿਲਕੁਲ ਵੀ ਪਤਾ ਨਹੀਂ ਸੀ ਕਿ ਦਾਦੀ ਨੇ ਮੇਰਾ ਰਿਸ਼ਤਾ ਕਰ ਦਿੱਤਾ ਹੈ। ਉਹਨਾਂ ਨੂੰ ਮੌਕੇ 'ਤੇ ਹੀ ਪਤਾ ਲੱਗਿਆ। ਉਹ ਦਾਦੀ ਨਾਲ ਬਹੁਤ ਨਾਰਾਜ਼ ਹੋਏ ਸੀ ਕਿ ਸਾਨੂੰ ਕੁਝ ਦੱਸਿਆ ਕਿਉਂ ਨਹੀਂ। ਮੈਂ ਵਿਆਹ ਕਰਵਾ ਕੇ ਜਦੋਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਗਈ ਤਾਂ ਮੇਰੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਸੀ। ਮੈਂ ਸੋਚਿਆ ਸੀ ਕਿ ਮੇਰਾ ਕਾਲੇ ਨਸੀਬ ਨੇ ਮੇਰਾ ਸਾਥ ਛੱਡ ਦਿੱਤਾ। ਮੇਰੀ ਜ਼ਿੰਦਗੀ 'ਚ ਖੁਸ਼ੀਆਂ ਆਉਣਗੀਆਂ ਸ਼ੁਰੂ ਹੋ ਗਈਆਂ। ਮੇਰੇ ਵਿਆਹ ਨੂੰ 2 ਦਿਨ ਹੀ ਹੋਏ ਸੀ, ਮੇਰੀ ਦਾਦੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਉਹ ਇਸ ਦੁਨੀਆ ਤੋਂ ਚਲੀ ਗਈ। ਮੈਂ ਆਪਣੀ ਦਾਦੀ ਨੂੰ ਯਾਦ ਕਰਕੇ ਬਹੁਤ ਹੀ ਰੋਈ ਸੀ। ਮੇਰਾ ਪਤੀ ਵੀ ਬਹੁਤ ਚੰਗਾ ਸੀ ਤੇ ਮੇਰੀ ਸੱਸ ਵੀ ਮੈਨੂੰ ਬਹੁਤ ਪਿਆਰ ਕਰਦੀ। ਮੇਰਾ ਸਹੁਰਾ ਘਰ ਵਿੱਚ ਮੇਰੇ ਪਤੀ ਅਤੇ ਮੇਰੀ ਸੱਸ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ। ਮੇਰੇ ਸਹੁਰੇ ਦੀ ਮੌਤ ਹੋ ਚੁੱਕੀ ਸੀ ਤੇ ਮੇਰਾ ਪਤੀ ਮੇਰੀ ਸੱਸ ਦਾ ਇਕਲੌਤਾ ਬੇਟਾ ਸੀ। ਦਾਦੀ ਦੀ ਮੌਤ ਤੋਂ ਬਾਅਦ ਮੇਰਾ ਉਸ ਘਰ ਨਾਲ ਕੋਈ ਵਾਸਤਾ ਨਹੀਂ ਰਿਹਾ, ਕਿਉਂਕਿ ਚਾਚਾ ਚਾਚੀ ਤਾਂ ਮੈਨੂੰ ਪਹਿਲਾਂ ਹੀ ਗਲਤ ਸਮਝਦੇ ਸੀ। ਮੇਰੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਸੀ, ਪਰ ਇੱਕ ਦਿਨ ਅਚਾਨਕ ਹੀ ਮੇਰੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਬਣ ਗਈ। ਸਾਡੇ ਪਿੰਡ ਦੀ ਇੱਕ ਔਰਤ ਸਾਡੇ ਘਰ ਆਈ ਤਾਂ ਮੇਰੀ ਸੱਸ ਨੂੰ ਕਹਿਣ ਲੱਗੀ, ਸ਼ਾਰਦਾ, ਤੂੰ ਸਾਡੇ ਪਿੰਡ ਵਾਲੀ ਸਵਿਤਾ ਦੀ ਪੋਤੀ ਨੂੰ ਆਪਣੇ ਘਰ ਦੀ ਨੂੰਹ ਕਿਉਂ ਬਣਾਇਆ? ਤੂੰ ਇਹ ਕੀ ਕਰ ਲਿਆ? ਕੀ ਤੈਨੂੰ ਆਪਣੇ ਬੇਟੇ ਦੇ ਵਿਆਹ ਲਈ ਇਹੀ ਕੁੜੀ ਮਿਲੀ ਸੀ? ਤੂੰ ਇਸ ਬਾਰੇ ਜਾਣਦੀ ਵੀ ਆ? ਇਹ ਇੱਕ ਕਲਮੂਹੀ ਆ। ਮੇਰੀ ਸੱਸ ਉਸ ਔਰਤ ਦੀ ਗੱਲ ਸੁਣ ਕੇ ਸ਼ੌਕਡ ਰਹਿ ਗਈ। ਫਿਰ ਉਹ ਕਹਿਣ ਲੱਗੀ, ਜਦੋਂ ਦੀ ਇਹ ਤੇਰੇ ਘਰ ਆਈ ਆ, ਤੇਰੇ ਘਰ 'ਚ ਕੋਈ ਮੁਸੀਬਤ ਨਹੀਂ ਆਈ? ਤਾਂ ਮੇਰੀ ਸੱਸ ਕਹਿਣ ਲੱਗੀ, ਤੂੰ ਕੀ ਕਹਿ ਰਹੀ ਆ? ਸਾਫ਼-ਸਾਫ਼ ਦੱਸ। ਫਿਰ ਉਸ ਔਰਤ ਨੇ ਕਿਹਾ ਕਿ ਜਦੋਂ ਇਹ ਕੁੜੀ ਆਪਣੀ ਮਾਂ ਦੇ ਪੇਟ ਵਿੱਚ ਸੀ ਤਾਂ ਇਸ ਦੇ ਪਿਓ ਦਾ ਬਿਜ਼ਨਸ ਠੱਪ ਹੋ ਗਿਆ ਸੀ। ਜਦੋਂ ਇਸ ਨੇ ਜਨਮ ਲਿਆ ਤਾਂ ਇਹ ਆਪਣੀ ਮਾਂ ਨੂੰ ਖਾ ਗਈ। ਫਿਰ ਇਸ ਦਾ ਪਿਓ ਵੀ ਇਸ ਦੁਨੀਆ ਤੋਂ ਚਲਾ ਗਿਆ, ਕਿਉਂਕਿ ਉਹ ਪੂਰੀ ਤਰ੍ਹਾਂ ਸੜਕ 'ਤੇ ਆ ਚੁੱਕਿਆ ਸੀ। ਇਸ ਦੇ ਨਸੀਬ ਨੇ ਇਸ ਦੇ ਪਿਓ ਨੂੰ ਕੰਗਾਲ ਕਰ ਦਿੱਤਾ ਸੀ। ਇਸ ਦੀ ਚਾਚੀ ਵੀ ਇਸ ਨੂੰ ਪਸੰਦ ਨਹੀਂ ਕਰਦੀ। ਮੈਨੂੰ ਇਹ ਤਾਂ ਪਤਾ ਸੀ ਕਿ ਇਸ ਕਲਮੂਹੀ ਦਾ ਵਿਆਹ ਹੋ ਗਿਆ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਤੇਰੇ ਘਰ ਦੀ ਨੂੰਹ ਬਣ ਗਈ ਆ। ਮੇਰੀ ਸੱਸ ਕਹਿਣ ਲੱਗੀ, ਪਰ ਸਾਡੇ ਘਰ ਤਾਂ ਸਭ ਕੁਝ ਠੀਕ ਆ। ਫਿਰ ਉਹ ਔਰਤ ਕਹਿਣ ਲੱਗੀ, ਹਾਲੇ ਇਸ ਨੂੰ ਤੇਰੇ ਘਰ ਆਏ ਹੋਏ ਕਿੰਨੇ ਕੁ ਦਿਨ ਹੋਏ ਆ? ਤੂੰ ਦੇਖਦੀ ਜਾਈਂ, ਇਸ ਦੇ ਕਾਲੇ ਨਸੀਬ ਨਾਲ ਤੇਰਾ ਘਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਮੇਰੀ ਸੱਸ ਔਰਤ ਦੀ ਗੱਲ ਸੁਣ ਕੇ ਸੋਚ 'ਚ ਪੈ ਗਈ। ਮੇਰੀ ਸੱਸ ਮੇਰੇ ਵਿਆਹ ਤੋਂ ਹਫ਼ਤੇ ਤੱਕ ਕਿੰਨੀ ਚੰਗੀ ਸੀ, ਪਰ ਹੁਣ ਉਸ ਦੇ ਦਿਲ ਵਿੱਚ ਮੇਰੇ ਲਈ ਨਫ਼ਰਤ ਪੈਦਾ ਹੋ ਗਈ। ਜਿਸ ਦਿਨ ਮੇਰੀ ਸੱਸ ਨੂੰ ਇਹ ਗੱਲ ਪਤਾ ਲੱਗੀ ਸੀ, ਉਸ ਦਿਨ ਹੀ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਹ ਔਰਤ ਦੁਬਾਰਾ ਸਾਡੇ ਘਰ ਆਈ ਤੇ ਮੇਰੀ ਸੱਸ ਨੂੰ ਇਹ ਗੱਲ ਚਿਤਾ ਕੇ ਗਈ ਕਿ ਇਹ ਸਭ ਕੁਝ ਤੇਰੀ ਨੂੰਹ ਦੀ ਵਜ੍ਹਾ ਕਰਕੇ ਹੋਇਆ। ਬਸ ਉਸ ਦਿਨ ਤੋਂ ਮੇਰੀ ਸੱਸ ਮੇਰੇ ਨਾਲ ਨਫ਼ਰਤ ਕਰਨ ਲੱਗ ਗਈ ਸੀ। ਮੇਰੇ ਪਤੀ ਤਾਂ ਬਚ ਗਏ, ਪਰ ਉਹਨਾਂ ਦੀ ਇੱਕ ਲੱਤ ਖਰਾਬ ਹੋ ਗਈ। ਕਾਫੀ ਦਿਨਾਂ ਤੱਕ ਉਹ ਹਸਪੀਟਲ ਵਿੱਚ ਰਹੇ। ਫਿਰ ਮੇਰਾ ਪਤੀ ਘਰ ਆ ਗਿਆ
ਮੇਰੀ ਸੱਸ ਨੇ ਮੇਰਾ ਜਿਉਣਾ ਮੁਸ਼ਕਲ ਕਰ ਦਿੱਤਾ। ਪਰ ਮੈਂ ਆਪਣੀ ਸੱਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੀ ਸੀ ਕਿ ਸਭ ਕੁਝ ਮੈਂ ਨਹੀਂ ਕਰਦੀ, ਆਪਣੇ ਆਪ ਹੋ ਜਾਂਦਾ। ਮੇਰੀ ਸੱਸ ਕਹਿੰਦੀ ਸੀ ਕਿ ਜੇ ਮੈਨੂੰ ਪਤਾ ਹੁੰਦਾ ਕਿ ਤੂੰ ਇਹੋ ਜਿਹੀ ਆ ਤਾਂ ਮੈਂ ਕਦੇ ਵੀ ਤੈਨੂੰ ਆਪਣੇ ਘਰ ਦੀ ਨੂੰਹ ਨਾ ਬਣਾਉਂਦੀ। ਹੁਣ ਤੇਰੀ ਵਜ੍ਹਾ ਕਰਕੇ ਹੀ ਮੇਰੇ ਬੇਟੇ ਨਾਲ ਇਹ ਸਭ ਕੁਝ ਹੋਇਆ। ਮੇਰੇ ਪਤੀ ਦੀ ਲੱਤ ਖਰਾਬ ਹੋ ਗਈ ਸੀ, ਡਾਕਟਰ ਨੇ ਲੱਤ ਤਾਂ ਠੀਕ ਕਰ ਦਿੱਤੀ ਕਿਉਂਕਿ ਅੱਜ ਕੱਲ੍ਹ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਆ। ਪਰ ਪੂਰੇ 1 ਸਾਲ ਤੱਕ ਮੇਰਾ ਪਤੀ ਬਿਸਤਰੇ 'ਤੇ ਰਿਹਾ। ਮੈਂ ਆਪਣੇ ਪਤੀ ਦੀ ਬਹੁਤ ਸੇਵਾ ਕਰਦੀ, ਪਰ ਮੇਰੀ ਸੱਸ ਇਹੀ ਸਮਝਦੀ ਸੀ ਕਿ ਸਭ ਕੁਝ ਮੇਰੀ ਵਜ੍ਹਾ ਕਰਕੇ ਹੋਇਆ। ਮੇਰੇ ਵਿਆਹ ਨੂੰ 2 ਮਹੀਨੇ ਹੋਏ ਸੀ। ਮੇਰੀ ਚਾਚੀ ਇੱਕ ਦਿਨ ਸਾਡੇ ਘਰ ਆ ਗਈ ਤੇ ਮੇਰੀ ਸੱਸ ਨੂੰ ਕਹਿਣ ਲੱਗੀ ਕਿ ਮੈਨੂੰ ਪਤਾ ਲੱਗਿਆ ਤੁਹਾਡੇ ਬੇਟੇ ਦਾ ਐਕਸੀਡੈਂਟ ਹੋਇਆ, ਇਸ ਲਈ ਮੈਂ ਖਬਰ ਲੈਣ ਲਈ ਆ ਗਈ। ਮੇਰੀ ਸੱਸ ਮੇਰੀ ਚਾਚੀ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰ ਰਹੀ ਸੀ ਕਿਉਂਕਿ ਮੇਰੀ ਚਾਚੀ ਵਿਆਹ ਤੋਂ ਬਾਅਦ ਕਦੇ ਵੀ ਸਾਡੇ ਘਰ ਨਹੀਂ ਆਈ ਸੀ ਤੇ ਹੁਣ ਮੇਰੇ ਪਤੀ ਦੇ ਐਕਸੀਡੈਂਟ ਨੂੰ ਕਾਫੀ ਦਿਨ ਹੋ ਗਏ ਸੀ। ਹੁਣ ਸਿਰਫ ਉਹ ਮੇਰੀ ਸੱਸ ਨੂੰ ਭੜਕਾਉਣ ਦੇ ਲਈ ਆਈ ਸੀ। ਮੇਰੀ ਚਾਚੀ ਕਹਿਣ ਲੱਗੀ, ਇਹ ਤਾਂ ਬਸ ਸ਼ੁਰੂਆਤ ਆ, ਹੁਣ ਤੁਸੀਂ ਦੇਖਿਓ ਤੁਹਾਡੇ ਘਰ ਵਿੱਚ ਕਿਵੇਂ ਬਰਬਾਦੀਆਂ ਹੁੰਦੀਆਂ। ਮੇਰੀ ਸੱਸ ਕਹਿਣ ਲੱਗੀ, ਜੇ ਇਹ ਗੱਲ ਸੀ ਤਾਂ ਫਿਰ ਤੁਸੀਂ ਵਿਆਹ ਤੋਂ ਪਹਿਲਾਂ ਮੈਨੂੰ ਕਿਉਂ ਨਹੀਂ ਦੱਸਿਆ। ਮੇਰੀ ਚਾਚੀ ਨੇ ਕਿਹਾ ਕਿ ਮੇਰੀ ਸੱਸ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਸੀ ਕਿਉਂਕਿ ਉਹ ਆਪਣੇ ਪੋਤੀ ਦੀਆਂ ਹਰਕਤਾਂ ਬਾਰੇ ਕਿਸੇ ਨੂੰ ਕੁਝ ਦੱਸਣਾ ਨਹੀਂ ਚਾਹੁੰਦੀ ਸੀ। ਤੁਸੀਂ ਆਪਣੇ ਬੇਟੇ ਦਾ ਖਿਆਲ ਰੱਖਿਓ, ਅਜੇ ਤਾਂ ਉਸ ਦਾ ਐਕਸੀਡੈਂਟ ਹੋਇਆ, ਅੱਗੇ ਇਸ ਦੇ ਨਾਲ ਕੁਝ ਬੁਰਾ ਵੀ ਹੋ ਸਕਦਾ। ਮੇਰੀ ਸੱਸ ਬਹੁਤ ਡਰ ਗਈ, ਕਹਿਣ ਲੱਗੀ, ਨਹੀਂ ਨਹੀਂ, ਮੇਰਾ ਤਾਂ ਇਕਲੌਤਾ ਬੇਟਾ, ਮੈਂ ਇਸ ਨੂੰ ਗਵਾਉਣਾ ਨਹੀਂ ਚਾਹੁੰਦੀ। ਹੁਣ ਤਾਂ ਮੇਰੀ ਸੱਸ ਮੈਨੂੰ ਘਰ 'ਚੋਂ ਕੱਢਣਾ ਚਾਹੁੰਦੀ ਸੀ, ਪਰ ਮੈਂ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਤੁਸੀਂ ਤਾਂ ਜਾਣਦੇ ਹੋ ਕਿ ਤੁਹਾਡਾ ਐਕਸੀਡੈਂਟ ਮੇਰੀ ਵਜ੍ਹਾ ਕਰਕੇ ਨਹੀਂ ਹੋਇਆ। ਫਿਰ ਮਾਂ ਜੀ ਮੈਨੂੰ ਇਹ ਸਭ ਕੁਝ ਕਿਉਂ ਕਹਿੰਦੀ ਰਹਿੰਦੀ ਆ। ਮੇਰੇ ਪਤੀ ਨੇ ਆਪਣੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਵਿੱਚ ਕੰਚਨ ਦਾ ਕੋਈ ਕਸੂਰ ਨਹੀਂ, ਮੇਰਾ ਐਕਸੀਡੈਂਟ ਮੇਰੀ ਵਜ੍ਹਾ ਕਰਕੇ ਹੀ ਹੋਇਆ ਕਿਉਂਕਿ ਮੇਰਾ ਧਿਆਨ ਮੋਬਾਈਲ ਵਿੱਚ ਸੀ। ਬਾਈਕ ਅਚਾਨਕ ਸਲਿੱਪ ਕਰ ਗਈ। ਪਰ ਮੇਰੀ ਸੱਸ ਮੇਰੇ ਪਤੀ ਨੂੰ ਇਹੀ ਯਕੀਨ ਦਿਵਾਉਣ ਵਿੱਚ ਲੱਗੀ ਰਹਿੰਦੀ ਸੀ ਕਿ ਇਸ ਦਾ ਨਸੀਬ ਕਾਲਾ, ਤੇਰੇ ਨਾਲ ਬਹੁਤ ਬੁਰਾ ਹੋ ਸਕਦਾ, ਤੂੰ ਇਸ ਨੂੰ ਛੱਡ ਦੇ, ਇਹ ਤੇਰੇ ਲਈ ਠੀਕ ਨਹੀਂ। ਲੋਕ ਇਸ ਬਾਰੇ ਬਹੁਤ ਕੁਝ ਕਹਿੰਦੇ ਆ। ਹੁਣ ਤਾਂ ਮੈਨੂੰ ਵੀ ਯਕੀਨ ਹੋ ਗਿਆ ਕਿ ਮੈਂ ਆਪਣੀ ਸੱਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੀ ਸੀ, ਉਸ ਨੂੰ ਖੁਸ਼ ਕਰਨ ਦੇ ਲਈ ਦਿਨ ਰਾਤ ਉਸ ਦੀ ਸੇਵਾ ਕਰਦੀ। ਮੈਂ ਆਪਣੇ ਪਤੀ ਦੀ ਵੀ ਸੰਭਾਲ ਕਰਦੀ ਤੇ ਨਾਲ ਨਾਲ ਆਪਣੀ ਸੱਸ ਦੀ ਵੀ ਸੇਵਾ ਕਰਦੀ ਤਾਂ ਜੋ ਉਹ ਮੇਰੇ ਤੋਂ ਖੁਸ਼ ਹੋ ਸਕੇ। ਪਰ ਮੇਰੀ ਸੱਸ ਦਾ ਦਿਲ ਤਾਂ ਪੱਥਰ ਹੋ ਗਿਆ ਸੀ। ਪਹਿਲਾਂ ਤਾਂ ਮੇਰੇ ਬਾਰੇ ਪਿੰਡ ਵਿੱਚ ਹੀ ਗੱਲ ਫੈਲੀ ਸੀ ਕਿ ਮੈਂ ਕਲਮੂਹੀ ਹਾਂ, ਪਰ ਹੁਣ ਇਹ ਗੱਲ ਮੇਰੇ ਸਹੁਰੇ ਪਿੰਡ ਵਿੱਚ ਵੀ ਫੈਲ ਗਈ। ਪਿੰਡ ਦੀਆਂ ਔਰਤਾਂ ਮੇਰੀ ਸੱਸ ਨੂੰ ਭੜਕਾ ਕੇ ਚਲੀਆਂ ਜਾਂਦੀਆਂ ਸੀ। ਮੇਰੀ ਸੱਸ ਮੈਨੂੰ ਘਰ 'ਚੋਂ ਕੱਢਣਾ ਚਾਹੁੰਦੀ ਸੀ। ਵਕਤ ਹੌਲੀ ਹੌਲੀ ਇਸੇ ਤਰ੍ਹਾਂ ਲੰਘਦਾ ਗਿਆ। ਮੇਰੇ ਵਿਆਹ ਨੂੰ ਪੂਰੇ 10 ਮਹੀਨੇ ਹੋ ਗਏ। ਇੱਕ ਦਿਨ ਮੇਰੀ ਸੱਸ ਨੇ ਕਿਹਾ ਕਿ ਲੋਕ ਤੇਰੇ ਬਾਰੇ ਸਹੀ ਕਹਿੰਦੇ ਆ, ਤੂੰ ਕਲਮੂਹੀ ਆ, ਪਰ ਤੂੰ ਕਲਮੂਹੀ ਹੋਣ ਦੇ ਨਾਲ ਨਾਲ ਬਾਂਝ ਵੀ ਆ। ਤੂੰ ਅਜੇ ਤੱਕ ਮੇਰੇ ਬੇਟੇ ਨੂੰ ਔਲਾਦ ਦਾ ਸੁੱਖ ਨਹੀਂ ਦੇ ਸਕੀ। ਮੇਰੇ ਬੇਟੇ ਦੇ ਵਿਆਹ ਨਾਲ ਪਿੰਡ ਵਿੱਚ 3 ਵਿਆਹ ਹੋਰ ਹੋਏ ਸੀ, ਪਰ ਉਹਨਾਂ ਦੀਆਂ ਨੂੰਹਾਂ ਪ੍ਰੈਗਨੈਂਟ ਹੋ ਚੁੱਕੀਆਂ, ਤੂੰ ਅਜੇ ਤੱਕ ਪ੍ਰੈਗਨੈਂਟ ਵੀ ਨਹੀਂ ਹੋਈ। ਮੈਂ ਆਪਣੀ ਸੱਸ ਨੂੰ ਕਿਹਾ, ਮਾਂ ਜੀ ਇਹ ਸਭ ਕੁਝ ਮੇਰੇ ਹੱਥ ਵਿੱਚ ਨਹੀਂ। ਪਰ ਮੇਰੀ ਸੱਸ ਤਾਂ ਮੇਰੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ। ਉਹ ਮੇਰੇ ਪਤੀ ਨੂੰ ਹਮੇਸ਼ਾ ਇਹੀ ਕਹਿੰਦੀ ਰਹਿੰਦੀ ਸੀ ਕਿ ਇਸ ਨੂੰ ਛੱਡ ਦੇ, ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲਾ, ਅਜੇ ਵੀ ਵਕਤ ਆ, ਇਸ ਨੂੰ ਛੱਡ ਦੇ, ਨਹੀਂ ਤਾਂ ਇੱਕ ਦਿਨ ਬਹੁਤ ਪਛਤਾਵੇਂਗਾ। ਮੇਰਾ ਪਤੀ ਵੈਸੇ ਤਾਂ ਬਹੁਤ ਚੰਗਾ ਸੀ, ਪਰ ਕਦੇ ਕਦੇ ਉਸ ਦੇ ਆਪਣੀ ਮਾਂ ਦੀ ਗੱਲ ਦਿਮਾਗ ਵਿੱਚ ਆ ਜਾਂਦੀ ਸੀ। ਸਾਡੇ ਵਿਆਹ ਨੂੰ 10 ਮਹੀਨੇ ਹੋ ਚੁੱਕੇ ਸੀ, ਮੈਂ ਪ੍ਰੈਗਨੈਂਟ ਨਹੀਂ ਹੋਈ ਸੀ। ਮੇਰੇ ਪਤੀ ਨੂੰ ਬੱਚਿਆਂ ਦਾ ਬਹੁਤ ਸ਼ੌਂਕ ਸੀ, ਇਸ ਲਈ ਛੁੱਟੀ ਵਾਲੇ ਦਿਨ ਆਂਢ ਗੁਆਂਢ ਦੇ ਬੱਚਿਆਂ ਨੂੰ ਘਰ ਲੈ ਆਉਂਦੇ। ਜਦੋਂ ਮੈਂ ਉਹਨਾਂ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈਂਦੀ ਤਾਂ ਮੇਰੀ ਸੱਸ ਜਲਦੀ ਨਾਲ ਮੇਰੇ ਤੋਂ ਬੱਚਾ ਖੋਹ ਲੈਂਦੀ ਤੇ ਕਹਿੰਦੀ ਸੀ ਕਿ ਜਿਸ ਦੀ ਮਾਂ ਨੂੰ ਪਤਾ ਲੱਗ ਗਿਆ ਤਾਂ ਬੱਚੇ ਨੂੰ ਤੂੰ ਗੋਦੀ 'ਚ ਚੁੱਕਿਆ ਤਾਂ ਉਹ ਆਪਣੇ ਬੱਚੇ ਨੂੰ ਸਾਡੇ ਘਰ ਕਦੇ ਨਹੀਂ ਭੇਜੇਗੀ। ਮੇਰੀ ਸੱਸ ਦੀ ਗੱਲ ਸੁਣ ਕੇ ਮੇਰਾ ਦਿਲ ਬਹੁਤ ਹੀ ਦੁਖੀ ਹੁੰਦਾ। ਮੈਂ ਸਾਰੀ ਰਾਤ ਆਪਣੀ ਕਿਸਮਤ 'ਤੇ ਰੋਂਦੀ ਰਹਿੰਦੀ ਸੀ। ਹੌਲੀ ਹੌਲੀ ਮੇਰੇ ਵਿਆਹ ਨੂੰ 1 ਸਾਲ ਤੋਂ ਉੱਪਰ ਹੋ ਗਿਆ। ਹੁਣ ਤਾਂ ਮੇਰੇ ਪਤੀ ਨੂੰ ਉਸ ਦੇ ਦੋਸਤ ਵੀ ਕਹਿਣ ਲੱਗ ਗਏ ਕਿ ਤੇਰਾ ਵਿਆਹ ਨੂੰ 1 ਸਾਲ ਤੋਂ ਉੱਪਰ ਹੋ ਗਿਆ, ਪਰ ਅਜੇ ਤੱਕ ਤੂੰ ਪਿਓ ਨਹੀਂ ਬਣ ਸਕਿਆ। ਅਜਿਹੀ ਵੀ ਭਾਬੀ ਵਿੱਚ ਕੀ ਪ੍ਰੋਬਲਮ ਆ। ਮੇਰਾ ਪਤੀ ਚੁੱਪ ਹੋ ਜਾਂਦਾ, ਪਰ ਜਦੋਂ ਉਹ ਘਰ ਤੋਂ ਚਲੇ ਜਾਂਦੇ ਤਾਂ ਮੇਰਾ ਪਤੀ ਮੇਰੇ ਨਾਲ ਬਹੁਤ ਹੀ ਨਾਰਾਜ਼ ਹੁੰਦਾ। ਉਹ ਮੈਨੂੰ ਕਹਿੰਦਾ ਕਿ ਮੈਨੂੰ ਬੱਚਿਆਂ ਦਾ ਸ਼ੌਂਕ ਆ, ਮੈਨੂੰ ਆਪਣਾ ਬੱਚਾ ਚਾਹੀਦਾ, ਪਰ ਜੇ ਤੂੰ ਬਾਂਝ ਆ ਤਾਂ ਮੈਂ ਤੈਨੂੰ ਛੱਡ ਦੇਵਾਂਗਾ ਤੇ ਦੂਜਾ ਵਿਆਹ ਕਰਵਾ ਲਵਾਂਗਾ।
ਮੈਨੂੰ ਤਾਂ ਲੱਗਦਾ ਸੀ ਕਿ ਮੇਰਾ ਪਤੀ ਮੇਰਾ ਆਪਣਾ, ਪਰ ਹੌਲੀ ਹੌਲੀ ਉਹ ਵੀ ਮੈਨੂੰ ਬਾਂਝ ਸਮਝਣ ਲੱਗ ਗਿਆ। ਇੱਕ ਦਿਨ ਸਾਡੇ ਘਰ ਰਿਸ਼ਤੇਦਾਰ ਆਏ ਤਾਂ ਮੇਰੀ ਸੱਸ ਨੇ ਮੈਨੂੰ ਚਾਹ ਬਣਾਉਣ ਲਈ ਕਿਹਾ। ਜਦੋਂ ਮੈਂ ਗਰਮਾ ਗਰਮ ਚਾਹ ਟਰੇ ਵਿੱਚ ਰੱਖ ਕੇ ਲਿਜਾ ਰਹੀ ਸੀ ਤਾਂ ਉਹ ਦੋਨੋਂ ਪਤੀ ਪਤਨੀ ਦੇ ਨਾਲ ਉਹਨਾਂ ਦੇ 2 ਸ਼ਰਾਰਤੀ ਬੱਚੇ ਵੀ ਆਏ ਸੀ। ਉਹ ਬੱਚੇ ਪੂਰੇ ਘਰ 'ਚ ਸ਼ਰਾਰਤਾਂ ਕਰ ਰਹੇ ਸੀ। ਜਦੋਂ ਮੈਂ ਚਾਹ ਲੈ ਕੇ ਕਮਰੇ ਦੇ ਦਰਵਾਜ਼ੇ 'ਤੇ ਗਈ ਤਾਂ ਦੋਨੋਂ ਬੱਚੇ ਮੇਰੇ ਨਾਲ ਟਕਰਾ ਗਏ। ਗਰਮ ਗਰਮ ਚਾਹ ਮੇਰੇ ਹੱਥੋਂ ਛੁੱਟ ਕੇ ਹੇਠਾਂ ਡਿੱਗ ਗਈ। ਚਾਹ ਦੇ ਕੁਝ ਛਿੱਟੇ ਉਹਨਾਂ ਬੱਚਿਆਂ ਉੱਪਰ ਵੀ ਪੈ ਗਏ ਤੇ ਬੱਚਿਆਂ ਨੂੰ ਜਲਨ ਮਹਿਸੂਸ ਹੋਣ ਲੱਗੀ। ਉਹ ਬੱਚੇ ਉੱਚੀ ਉੱਚੀ ਰੋਣ ਲੱਗ ਪਏ। ਜਦ ਕਿ ਸਾਰੀ ਚਾਹ ਮੇਰੇ ਉੱਪਰ ਪਈ ਸੀ, ਮੈਨੂੰ ਵੀ ਬੁਰੀ ਤਰ੍ਹਾਂ ਜਲਨ ਹੋ ਰਹੀ ਸੀ। ਪਰ ਮੈਨੂੰ ਸਭ ਨੇ ਨਜ਼ਰਅੰਦਾਜ਼ ਕਰ ਦਿੱਤਾ ਤੇ ਮੇਰੀ ਸੱਸ ਮੈਨੂੰ ਗੁੱਸੇ 'ਚ ਬੋਲਣ ਲੱਗ ਗਈ ਕਿ ਤੂੰ ਇਹ ਕੀ ਕਰ ਦਿੱਤਾ, ਮਾਸੂਮ ਬੱਚਿਆਂ ਨੂੰ ਮਚਾ ਕੇ ਰੱਖ ਦਿੱਤਾ। ਤੇਰੇ ਆਪਣੇ ਤਾਂ ਬੱਚੇ ਨਹੀਂ ਆ, ਤੂੰ ਦੂਜਿਆਂ ਦੇ ਬੱਚੇ ਵੀ ਨਹੀਂ ਦੇਖ ਸਕਦੀ। ਮੈਂ ਆਪਣੀ ਸੱਸ ਨੂੰ ਕਿਹਾ, ਇਸ ਵਿੱਚ ਮੇਰੀ ਕੋਈ ਗਲਤੀ ਨਹੀਂ। ਬੱਚੇ ਮੇਰੇ ਨਾਲ ਟਕਰਾ ਗਏ ਤੇ ਟਰੇ ਮੇਰੇ ਹੱਥ 'ਚੋਂ ਛੁੱਟ ਗਈ। ਮੇਰੀ ਸੱਸ ਨੇ ਕਿਹਾ, ਤੇਰੇ ਹੱਥਾਂ ਵਿੱਚ ਜਾਨ ਨਹੀਂ, ਤੂੰ ਚੰਗੀ ਤਰ੍ਹਾਂ ਨਹੀਂ ਫੜ ਸਕਦੀ। ਉਹ ਲੋਕ ਵੀ ਮੈਨੂੰ ਬੁਰਾ ਭਲਾ ਕਹਿ ਰਹੇ ਸੀ ਕਿਉਂਕਿ ਮੇਰੀ ਸੱਸ ਹੀ ਉਹਨਾਂ ਨੂੰ ਬੜਾਵਾ ਦੇ ਰਹੀ ਸੀ। ਸਭ ਦੇ ਸਾਹਮਣੇ ਮੈਨੂੰ ਬਹੁਤ ਜਲੀਲ ਕੀਤਾ ਗਿਆ। ਉਹ ਬੱਚੇ ਤਾਂ ਰੋ ਧੋ ਕੇ ਸ਼ਾਂਤ ਹੋ ਗਏ, ਜਦ ਕਿ ਮੇਰੇ ਪੈਰ ਬੁਰੀ ਤਰ੍ਹਾਂ ਸੜ ਗਏ। ਮੈਂ ਆਪਣੇ ਕਮਰੇ 'ਚ ਆ ਕੇ ਬਹੁਤ ਹੀ ਰੋਈ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਸੱਚਮੁੱਚ ਮੇਰਾ ਨਸੀਬ ਬਹੁਤ ਖਰਾਬ ਆ। ਲੋਕ ਮੈਨੂੰ ਕਲਮੂਹੀ ਕਹਿੰਦੇ ਆ, ਬਲਕਿ ਬਿਲਕੁਲ ਸਹੀ ਕਹਿੰਦੇ ਆ। ਮੇਰੇ ਨਸੀਬ ਵਿੱਚ ਕੁਝ ਵੀ ਨਹੀਂ, ਸਭ ਕੁਝ ਹਨੇਰੀ ਆ। ਹੁਣ ਤਾਂ ਮੇਰੀ ਸੱਸ ਨੇ ਮੇਰੇ ਪਤੀ ਦੀਆਂ ਲਈ ਕੁੜੀਆਂ ਦੇਖਣੀਆਂ ਵੀ ਸ਼ੁਰੂ ਕਰ ਦਿੱਤੀਆਂ ਸੀ ਕਿਉਂਕਿ ਮੇਰੀ ਸੱਸ ਮੈਨੂੰ ਜਲਦੀ ਤੋਂ ਜਲਦੀ ਘਰੋਂ ਕੱਢਣਾ ਚਾਹੁੰਦੀ ਸੀ। ਲੋਕ ਵੀ ਮੇਰੀ ਸੱਸ ਨੂੰ ਇਹੀ ਕਹਿੰਦੇ ਸੀ ਕਿ ਅਜੇ ਤੱਕ ਤੇਰੇ ਘਰ ਪੋਤਾ ਨਹੀਂ ਆਇਆ। ਮੇਰੀ ਸੱਸ ਜਲਦੀ ਤੋਂ ਜਲਦੀ ਆਪਣੀ ਗੋਦ ਵਿੱਚ ਆਪਣਾ ਪੋਤਾ ਪੋਤੀ ਚੁੱਕਣਾ ਚਾਹੁੰਦੀ ਸੀ। ਹੁਣ ਮੇਰੇ ਵਿਆਹ ਨੂੰ ਪੂਰੇ 2 ਸਾਲ ਹੋ ਚੁੱਕੇ ਸੀ। ਮੇਰੀ ਸੱਸ ਮੇਰੇ ਪਤੀ ਨੂੰ ਕਹਿੰਦੀ ਸੀ ਕਿ ਇਸ ਨੂੰ ਡਿਵੋਰਸ ਦੇ ਦੇ, ਇਹ ਆਪਣੇ ਚਾਚਾ ਚਾਚੀ ਦੇ ਘਰ ਚਲੀ ਜਾਵੇਗੀ। ਮੈਂ ਆਪਣੀ ਸੱਸ ਦੇ ਪੈਰਾਂ 'ਚ ਬੈਠ ਗਈ। ਮੈਂ ਕਿਹਾ, ਪਲੀਜ਼ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਾ ਕਰੋ, ਮੈਂ ਆਪਣੇ ਚਾਚੇ ਚਾਚੀ ਦੇ ਘਰ ਨਹੀਂ ਰਹਿ ਸਕਦੀ। ਮੇਰੀ ਸੱਸ ਨੇ ਕਿਹਾ ਕਿ ਤੂੰ ਸਾਡੇ ਘਰ ਵਿੱਚ ਰਹਿ ਕੇ ਵੀ ਕਾਫੀ ਬਰਬਾਦੀ ਕਰ ਚੁੱਕੀ ਆ ਤੇ ਤੇਰੇ ਵਿਆਹ ਤੋਂ ਹਫ਼ਤਾ ਬਾਅਦ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਅਜੇ ਤੱਕ ਉਹ ਚੰਗੀ ਤਰ੍ਹਾਂ ਤੁਰ ਨਹੀਂ ਸਕਿਆ। ਕਿੰਨੇ ਟਾਈਮ ਤੋਂ ਸਾਡੇ ਘਰ 'ਚ ਵਧੀਆ ਖਾਣਾ ਵੀ ਨਹੀਂ ਬਣਿਆ ਕਿਉਂਕਿ ਮੇਰਾ ਬੇਟਾ ਕੋਈ ਕੰਮ ਨਹੀਂ ਕਰਦਾ। ਤੇਰੀ ਵਜ੍ਹਾ ਕਰਕੇ ਮੈਨੂੰ ਲੋਕਾਂ ਦੀਆਂ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ। ਮੇਰੀ ਸੱਸ ਨੇ ਤਾਂ ਰੋਣਾ ਧੋਣਾ ਪਾ ਕੇ ਰੱਖਿਆ ਸੀ। ਫਿਰ ਮੇਰਾ ਪਤੀ ਵੀ ਮੇਰੀ ਸੱਸ ਦੀ ਗੱਲ ਮੰਨਣ ਦੇ ਲਈ ਤਿਆਰ ਹੋ ਗਿਆ ਕਿਉਂਕਿ ਮੇਰੀ ਸੱਸ ਨੌਟੰਕੀ ਕਰ ਰਹੀ ਸੀ, ਆਪਣੀ ਸਿਹਤ ਵਿਗੜਨ ਦਾ ਨਾਟਕ ਕਰ ਰਹੀ ਸੀ ਤਾਂ ਮੇਰਾ ਪਤੀ ਉਹਨਾਂ ਦੀ ਗੱਲ ਮੰਨਣ ਦੇ ਲਈ ਤਿਆਰ ਹੋ ਜਾਵੇ। ਫਿਰ ਮੇਰੇ ਪਤੀ ਨੇ ਕਿਹਾ, ਠੀਕ ਆ ਮਾਂ, ਮੈਂ ਦੂਜਾ ਵਿਆਹ ਕਰਵਾ ਲਵਾਂਗਾ, ਪਰ ਤੁਸੀਂ ਰੋਣਾ ਬੰਦ ਕਰ ਦੇਵੋ। ਆਪਣੇ ਪਤੀ ਦੀ ਗੱਲ ਸੁਣ ਕੇ ਮੈਂ ਦੰਗ ਰਹਿ ਗਈ। ਫਿਰ ਜਦੋਂ ਰਾਤ ਨੂੰ ਮੈਂ ਤੇ ਮੇਰਾ ਪਤੀ ਆਪਣੇ ਕਮਰੇ ਵਿੱਚ ਇਕੱਲੇ ਮੌਜੂਦ ਸੀ ਤਾਂ ਮੈਂ ਆਪਣੇ ਪਤੀ ਨੂੰ ਕਿਹਾ, ਜੇ ਤੁਸੀਂ ਮੈਨੂੰ ਛੱਡਣ ਦਾ ਫੈਸਲਾ ਕਰ ਚੁੱਕੇ ਹੋ ਤਾਂ ਮੇਰੀ ਆਖਰੀ ਵਾਰ ਇੱਕ ਗੱਲ ਮੰਨ ਲਓ, ਮੈਨੂੰ ਸ਼ਹਿਰ ਡਾਕਟਰ ਕੋਲ ਲੈ ਜਾਓ। ਮੈਂ ਇੱਕ ਵਾਰ ਆਪਣਾ ਚੈੱਕਅਪ ਕਰਵਾਉਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਬਾਂਝ ਆ। ਮੇਰੇ ਪਤੀ ਨੇ ਕਿਹਾ, ਤੂੰ ਪਾਗਲ ਹੋ ਗਈ ਆ, ਡਾਕਟਰ ਇਸ ਵਿੱਚ ਕੀ ਕਰ ਸਕਦਾ। ਮੈਂ ਕਿਹਾ, ਮੈਂ ਤਾਂ ਅਨਪੜ੍ਹ ਹਾਂ, ਪਰ ਤੁਸੀਂ ਤਾਂ ਪੜ੍ਹੇ ਲਿਖੇ ਹੋ। ਡਾਕਟਰ ਮੇਰੀ ਰਿਪੋਰਟ ਕਰੇਗਾ ਤੇ ਫਿਰ ਇਹ ਗੱਲ ਪਤਾ ਲੱਗ ਜਾਵੇਗੀ ਕਿ ਮੈਂ ਬਾਂਝ ਆ ਜਾਂ ਨਹੀਂ। ਜੇ ਮੈਂ ਬਾਂਝ ਹੋਈ ਤਾਂ ਮੈਂ ਚੁੱਪਚਾਪ ਤੁਹਾਡਾ ਘਰ ਛੱਡ ਕੇ ਖੁਦ ਚਲੀ ਜਾਵਾਂਗੀ, ਪਰ ਜੇ ਮੈਂ ਮਾਂ ਬਣ ਸਕਦੀ ਹੋਈ ਤਾਂ ਤੁਸੀਂ ਮੇਰੇ ਨਾਲ ਵਾਅਦਾ ਕਰੋ, ਮੈਨੂੰ ਛੱਡੋਗੇ ਨਹੀਂ। ਮੈਂ ਸਾਰੀ ਉਮਰ ਤੁਹਾਡੀ ਤੇ ਤੁਹਾਡੀ ਮਾਂ ਦੀ ਸੇਵਾ ਕਰੂੰਗੀ, ਇੱਕ ਨੌਕਰਾਣੀ ਬਣ ਕੇ ਰਹਾਂਗੀ, ਪਰ ਤੁਸੀਂ ਮੇਰੇ ਤੇ ਇੰਨਾ ਵੱਡਾ ਜ਼ੁਲਮ ਨਾ ਕਰੋ। ਮੇਰੇ ਪਤੀ ਨੇ ਕਿਹਾ, ਠੀਕ ਆ, ਮੈਂ ਤੈਨੂੰ ਕੱਲ੍ਹ ਨੂੰ ਡਾਕਟਰ ਕੋਲ ਲੈ ਕੇ ਜਾਵਾਂਗਾ। ਮੇਰਾ ਪਤੀ ਮੇਰੇ ਨਾਲ ਢੰਗ ਨਾਲ ਗੱਲ ਤਾਂ ਨਹੀਂ ਕਰਦਾ ਸੀ ਕਿਉਂਕਿ ਉਸ ਦੀ ਮਾਂ ਨੇ ਮੇਰੇ ਖਿਲਾਫ ਕਾਫੀ ਜ਼ਹਿਰ ਭਰ ਦਿੱਤਾ ਸੀ, ਪਰ ਉਹ ਮੈਨੂੰ ਅਗਲੇ ਦਿਨ ਡਾਕਟਰ ਦੇ ਕੋਲ ਲੈ ਗਿਆ। ਡਾਕਟਰ ਨੇ ਸਾਡੀ ਪਤੀ ਪਤਨੀ ਦੀ ਰਿਪੋਰਟ ਕਰਵਾਈ। ਉਹ ਰਿਪੋਰਟ ਪੂਰੇ 3 ਦਿਨ ਬਾਅਦ ਮਿਲਣੀ ਸੀ। ਫਿਰ ਅਸੀਂ ਟੈਸਟ ਕਰਵਾ ਕੇ ਘਰ ਆ ਗਏ। ਮੇਰੀ ਸੱਸ ਨੇ ਪੁੱਛਿਆ ਕਿ ਤੁਸੀਂ ਦੋਨੋਂ ਕਿੱਥੇ ਗਏ ਸੀ। ਮੇਰੇ ਪਤੀ ਨੇ ਮੇਰੀ ਸੱਸ ਨੂੰ ਸਭ ਕੁਝ ਦੱਸ ਦਿੱਤਾ। ਮੇਰੀ ਸੱਸ ਨੇ ਕਿਹਾ, ਠੀਕ ਆ, ਜੇ ਰਿਪੋਰਟ ਵਿੱਚ ਸਾਬਤ ਹੋ ਗਿਆ ਕਿ ਬਾਂਝ ਆ ਤਾਂ ਇਸ ਨੂੰ ਉਸ ਵਕਤ ਘਰ ਵਿੱਚੋਂ ਜਾਣਾ ਪਵੇਗਾ। ਮੇਰੀ ਸੱਸ ਨੂੰ ਪੂਰਾ ਯਕੀਨ ਸੀ ਕਿ ਮੇਰੀ ਰਿਪੋਰਟ ਵਿੱਚ ਇਹੀ ਆਵੇਗਾ, ਜਦ ਕਿ ਮੈਨੂੰ ਵੀ ਆਪਣੀ ਕਿਸਮਤ 'ਤੇ ਯਕੀਨ ਨਹੀਂ ਸੀ ਕਿ ਕਦੇ ਮੇਰੇ ਨਾਲ ਕੁਝ ਚੰਗਾ ਹੋ ਸਕਦਾ। ਇਸ ਲਈ ਮੈਂ ਆਪਣੇ ਦਿਲ ਵਿੱਚ ਅਰਦਾਸ ਕਰ ਰਹੀ ਸੀ ਕਿ ਹੇ ਪਰਮਾਤਮਾ, ਜੇ ਮੇਰੇ ਨਾਲ ਇਸ ਵਾਰ ਬੁਰਾ ਕਰਨਾ ਤਾਂ ਮੈਨੂੰ ਹਿੰਮਤ ਵੀ ਦੇਵੀਂ ਕਿਉਂਕਿ ਮੇਰੇ ਅੰਦਰ ਕੁਝ ਵੀ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ। ਹੁਣ ਮੈਨੂੰ ਆਪਣੀ ਰਿਪੋਰਟ ਆਉਣ ਦੀ ਉਡੀਕ ਸੀ। 3 ਦਿਨ ਬਾਅਦ ਮੇਰੇ ਪਤੀ ਮੈਨੂੰ ਡਾਕਟਰ ਕੋਲ ਲੈ ਗਏ।
ਡਾਕਟਰ ਨੇ ਰਿਪੋਰਟ ਦਾ ਰਿਜ਼ਲਟ ਦੱਸਿਆ ਤਾਂ ਮੈਂ ਖੁਸ਼ੀ ਵਿੱਚ ਫੁੱਲੀ ਨਹੀਂ ਸਮਾ ਰਹੀ ਸੀ। ਡਾਕਟਰ ਨੇ ਕਿਹਾ ਕਿ ਤੂੰ ਮਾਂ ਬਣ ਸਕਦੀ ਆ, ਤੇਰੇ ਵਿੱਚ ਕੋਈ ਕਮੀ ਨਹੀਂ। ਪਰ ਜਦੋਂ ਡਾਕਟਰ ਨੇ ਮੇਰੇ ਪਤੀ ਦੀ ਰਿਪੋਰਟ ਦੇਖੀ ਤਾਂ ਸਾਡੇ ਚਿਹਰੇ ਦੇ ਰੰਗ ਉੱਡ ਗਏ। ਡਾਕਟਰ ਨੇ ਕਿਹਾ ਕਿ ਤੁਸੀਂ ਤਾਂ ਬਿਲਕੁਲ ਠੀਕ ਹੋ, ਪਰ ਤੁਹਾਡੇ ਪਤੀ ਕਦੇ ਪਿਓ ਨਹੀਂ ਬਣ ਸਕਦੇ ਕਿਉਂਕਿ ਉਹ ਇੱਕ ਨਾਮਰਦ ਆ। ਇਹ ਗੱਲ ਸੁਣ ਕੇ ਸਾਡੇ ਦੋਹਾਂ ਦੇ ਹੋਸ਼ ਉੱਡ ਗਏ। ਮੈਂ ਡਾਕਟਰ ਨੂੰ ਕਿਹਾ, ਡਾਕਟਰ ਇਹ ਨਹੀਂ ਹੋ ਸਕਦਾ, ਮੇਰੇ ਪਤੀ ਤਾਂ ਬਿਲਕੁਲ ਠੀਕ ਆ। ਤਾਂ ਡਾਕਟਰ ਨੇ ਕਿਹਾ, ਇਹ ਸਭ ਕੁਝ ਮੈਂ ਨਹੀਂ ਕਹਿ ਰਿਹਾ, ਬਲਕਿ ਉਸ ਦੀ ਰਿਪੋਰਟ ਦੱਸ ਰਹੀ ਆ। ਮੇਰਾ ਪਤੀ ਬਿਲਕੁਲ ਗੁੰਮਸੁੰਮ ਹੋ ਗਿਆ। ਵੈਸੇ ਤਾਂ ਮੇਰਾ ਪਤੀ ਕੁਝ ਹੁਣ ਨੋਰਮਲ ਹੋ ਗਿਆ ਸੀ, ਪਰ ਹੁਣ ਉਹ ਲੰਗੜਾ ਕੇ ਤੁਰਦਾ ਸੀ। ਇਸ ਲਈ ਮੈਂ ਸਹਾਰਾ ਦੇ ਕੇ ਆਪਣੇ ਪਤੀ ਨੂੰ ਬਾਹਰ ਲਿਜਾ ਰਹੀ ਸੀ। ਮੇਰੇ ਪਤੀ ਨੇ ਬੈਠਣ ਦੇ ਲਈ ਕਿਹਾ ਤਾਂ ਅਸੀਂ ਹਸਪੀਟਲ ਦੇ ਬਾਹਰ ਇੱਕ ਕਿਨਾਰੇ 'ਤੇ ਬੈਠ ਗਏ। ਮੇਰੇ ਪਤੀ ਨੇ ਮੇਰੇ ਅੱਗੇ ਹੱਥ ਜੋੜ ਲਏ ਤੇ ਕਹਿਣ ਲੱਗਿਆ, ਕੰਚਨ ਮੈਨੂੰ ਮਾफ़ ਕਰ ਦੇ, ਮੈਂ ਆਪਣੀ ਮਾਂ ਦੀਆਂ ਗੱਲਾਂ 'ਚ ਆ ਗਿਆ ਸੀ। ਮੈਨੂੰ ਲੱਗਣ ਲੱਗ ਗਿਆ ਕਿ ਤੂੰ ਕਦੇ ਮਾਂ ਨਹੀਂ ਬਣ ਸਕਦੀ, ਪਰ ਤੂੰ ਮੇਰੀ ਮਾਂ ਦੀਆਂ ਬਹੁਤ ਬੁਰੀਆਂ ਗੱਲਾਂ ਸੁਣੀਆਂ। ਮੈਂ ਵੀ ਤੇਰੇ ਨਾਲ ਨਾਰਾਜ਼ ਰਹਿੰਦਾ ਸੀ। ਤੂੰ ਸਭ ਕੁਝ ਬਰਦਾਸ਼ਤ ਕੀਤਾ, ਜਦ ਕਿ ਕਮੀ ਤਾਂ ਮੇਰੇ ਖੁਦ ਦੇ ਅੰਦਰ ਸੀ। ਮੈਂ ਤੇਰੇ ਅੱਗੇ ਹੱਥ ਜੋੜਦਾ, ਮੇਰੀ ਇਸ ਕਮੀ ਬਾਰੇ ਕਿਸੇ ਨਾਲ ਕੋਈ ਗੱਲ ਨਾ ਕਰੀ, ਨਾ ਹੀ ਮੇਰੀ ਮਾਂ ਨਾਲ ਗੱਲ ਕਰੀ। ਮੈਂ ਕਿਸੇ ਨਾਲ ਨਜ਼ਰ ਮਿਲਾਉਣ ਦੇ ਕਾਬਿਲ ਨਹੀਂ ਰਵਾਂਗਾ। ਮੈਂ ਆਪਣੇ ਪਤੀ ਦੇ ਹੱਥ ਫੜ ਕੇ ਕਿਹਾ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਤੁਹਾਡੀ ਇੱਜ਼ਤ ਹੀ ਮੇਰੀ ਇੱਜ਼ਤ ਆ, ਭਲਾ ਮੈਂ ਤੁਹਾਡੀ ਇੱਜ਼ਤ ਕਿਵੇਂ ਖਰਾਬ ਕਰ ਸਕਦੀ ਹਾਂ? ਅਸੀਂ ਦੋਨੋਂ ਬਹੁਤ ਪਰੇਸ਼ਾਨ ਤੇ ਉਦਾਸ ਸੀ। ਅਸੀਂ ਘਰ ਵਾਪਸ ਆ ਗਏ। ਮੇਰੀ ਸੱਸ ਸਾਡੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ ਕਿਉਂਕਿ ਉਹ ਵੀ ਜਾਣਨਾ ਚਾਹੁੰਦੀ ਸੀ ਕਿ ਸਾਡੀ ਰਿਪੋਰਟ ਵਿੱਚ ਕੀ ਆਇਆ। ਮੇਰੀ ਸੱਸ ਸਾਨੂੰ ਪੁੱਛਣ ਲੱਗੀ ਕਿ ਰਿਪੋਰਟ ਵਿੱਚ ਕੀ ਆਇਆ। ਮੇਰੇ ਪਤੀ ਮੇਰੇ ਵੱਲ ਦੇਖ ਰਿਹਾ ਸੀ ਤੇ ਮੈਂ ਆਪਣੇ ਪਤੀ ਵੱਲ। ਫਿਰ ਮੈਂ ਆਪਣੀ ਸੱਸ ਨੂੰ ਕਿਹਾ, ਮਾਂ ਜੀ ਮੈਨੂੰ ਮਾफ़ ਕਰ ਦਿਓ, ਮੈਂ ਤੁਹਾਨੂੰ ਪੋਤਾ ਪੋਤੀ ਨਹੀਂ ਦੇ ਸਕਦੀ। ਤੁਸੀਂ ਬਿਲਕੁਲ ਸਹੀ ਕਹਿੰਦੇ ਸੀ, ਮੈਂ ਇੱਕ ਬਾਂਝ ਹਾਂ। ਇਹ ਕਹਿ ਕੇ ਮੈਂ ਰੋਣ ਲੱਗ ਗਈ, ਜਦ ਕਿ ਮੇਰੀ ਸੱਸ ਬਹੁਤ ਹੀ ਖੁਸ਼ ਹੋ ਗਈ ਤੇ ਮੇਰੇ ਪਤੀ ਨੂੰ ਕਹਿਣ ਲੱਗੀ, ਕਿਉਂ? ਮੈਂ ਤੈਨੂੰ ਕਿਹਾ ਸੀ ਨਾ, ਇਹ ਇੱਕ ਬਾਂਝ ਔਰਤ ਆ। ਜੇ ਬੱਚਾ ਪੈਦਾ ਕਰ ਸਕਦੀ ਹੁੰਦੀ ਤਾਂ 1 ਸਾਲ ਦੇ ਅੰਦਰ ਅੰਦਰ ਹੀ ਪ੍ਰੈਗਨੈਂਟ ਹੋ ਜਾਂਦੀ। ਤੂੰ ਇਸ ਦੀ ਸੱਚਾਈ ਜਾਣ ਕੇ ਅਜੇ ਵੀ ਇਸ ਦੇ ਨਾਲ ਰਹਿਣਾ ਚਾਹੁੰਦਾ? ਜਲਦੀ ਨਾਲ ਡਿਵੋਰਸ ਦੇ ਪੇਪਰ ਤਿਆਰ ਕਰ ਲੈ, ਇਸ ਨੂੰ ਘਰ ਚੋਂ ਕੱਢ ਦੇ। ਮੇਰੇ ਪਤੀ ਨੇ ਆਪਣੀ ਮਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਸਿੱਧਾ ਕਮਰੇ ਵਿੱਚ ਚਲਿਆ ਗਿਆ। ਮੈਂ ਵੀ ਕਮਰੇ ਵਿੱਚ ਚਲੀ ਗਈ। ਮੇਰੇ ਪਤੀ ਨੇ ਮੇਰੇ ਸਾਹਮਣੇ ਆਪਣੀ ਸ਼ਰਮਿੰਦਗੀ ਜ਼ਾਹਰ ਕੀਤੀ। ਉਸਨੇ ਕਿਹਾ ਕਿ ਮੈਨੂੰ ਮਾफ़ ਕਰ ਦੇ, ਮੈਂ ਤੇਰੇ ਨਾਲ ਨਜ਼ਰ ਮਿਲਾਉਣ ਦੇ ਕਾਬਿਲ ਵੀ ਨਹੀਂ ਹਾਂ। ਮੈਂ ਆਪਣੇ ਪਤੀ ਨੂੰ ਕਿਹਾ, ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੀ ਪਤਨੀ ਆ, ਮੈਂ ਹਮੇਸ਼ਾ ਤੁਹਾਡਾ ਸਾਥ ਦੇਵਾਂਗੀ। ਹੁਣ ਮੇਰੀ ਸੱਸ ਮੇਰੇ 'ਤੇ ਹੋਰ ਜ਼ਿਆਦਾ ਜ਼ੁਲਮ ਕਰਨ ਲੱਗ ਗਈ। ਅਗਲੇ ਦਿਨ ਉਸਨੇ ਸਵੇਰੇ ਹੀ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਕਿਹਾ, ਉਹ ਮਹਾਰਾਣੀ ਉੱਠ ਕੇ ਘਰ ਦੇ ਕੰਮ ਕਰ। ਮੈਂ ਚੁੱਪਚਾਪ ਘਰ ਦੇ ਕੰਮ ਕਰ ਰਹੀ ਸੀ। ਮੇਰੀ ਸੱਸ ਮੇਰੇ ਪਤੀ ਨੂੰ ਵਾਰ-ਵਾਰ ਇਹੀ ਕਹਿ ਰਹੀ ਸੀ ਕਿ ਤੂੰ ਇਸ ਨੂੰ ਕਿਉਂ ਨਹੀਂ ਛੱਡ ਰਿਹਾ, ਇਸ ਨੂੰ ਕਦੋਂ ਛੱਡੇਗਾ, ਇਹ ਘਰ ਵਿੱਚੋਂ ਕਦੋਂ ਜਾਵੇਗੀ, ਤਾਂ ਹੀ ਦੂਜੀ ਕੁੜੀ ਘਰ ਵਿੱਚ ਆਵੇਗੀ। ਮੇਰੀ ਸੱਸ ਮੇਰੇ ਤੋਂ ਬਹੁਤ ਤੰਗ ਆ ਚੁੱਕੀ ਸੀ। ਉਹ ਛੋਟੀ ਛੋਟੀ ਗੱਲ 'ਤੇ ਮੇਰੇ ਹੱਥ ਚੁੱਕਣ ਲੱਗ ਗਈ। ਇੱਕ ਦਿਨ ਮੇਰੇ ਤੋਂ ਸਬਜ਼ੀ 'ਚ ਨਮਕ ਮਿਰਚ ਵੱਧ ਪੈ ਗਿਆ। ਉਸ ਸਮੇਂ ਮੇਰਾ ਪਤੀ ਘਰ ਵਿੱਚ ਮੌਜੂਦ ਨਹੀਂ ਸੀ। ਮੇਰੀ ਸੱਸ ਸਮਝਦੀ ਸੀ ਕਿ ਮੈਂ ਤੰਗ ਆ ਕੇ ਖੁਦ ਹੀ ਘਰ ਛੱਡ ਕੇ ਚਲੀ ਜਾਵਾਂਗੀ, ਪਰ ਮੈਂ ਕਿਤੇ ਨਹੀਂ ਜਾ ਸਕਦੀ ਸੀ। ਜਦੋਂ ਮੇਰਾ ਪਤੀ ਵਾਪਸ ਘਰ ਆਇਆ ਤਾਂ ਉਸਨੇ ਮੇਰੀ ਗੱਲ ਉੱਤੇ ਥੱਪੜ ਦਾ ਨਿਸ਼ਾਨ ਦੇਖਿਆ ਤਾਂ ਮੇਰੇ ਸਾਹਮਣੇ ਸ਼ਰਮਿੰਦਾ ਹੋਣ ਲੱਗ ਗਿਆ ਤੇ ਕਹਿਣ ਲੱਗਿਆ, ਕੰਚਨ ਮੈਨੂੰ ਮਾਫ਼ ਕਰ ਦੇ, ਮੈਂ ਕੁਝ ਨਹੀਂ ਕਰ ਸਕਦਾ, ਤੂੰ ਬਹੁਤ ਚੰਗੀ ਆ। ਮੈਂ ਆਪਣੇ ਪਤੀ ਦੀ ਗੱਲ ਸੁਣ ਕੇ ਚੁੱਪ ਹੋ ਜਾਂਦੀ ਕਿਉਂਕਿ ਇਹ ਸਭ ਕੁਝ ਤਾਂ ਮੇਰੀ ਕਿਸਮਤ ਵਿੱਚ ਹੀ ਲਿਖਿਆ ਸੀ। ਇੱਕ ਦਿਨ ਸਾਡੇ ਘਰ ਰਾਤ ਨੂੰ ਚੋਰ ਆ ਗਏ। ਜਦੋਂ ਮੈਂ ਖੱਟਰ ਫੱਟਰ ਦੀ ਆਵਾਜ਼ ਸੁਣੀ ਤਾਂ ਬਾਹਰ ਆਈ। ਚੋਰ ਸਾਡੀ ਰਸੋਈ 'ਚ ਸਿਲੰਡਰ ਅਤੇ ਹੋਰ ਸਮਾਨ ਚੁਰਾ ਕੇ ਭੱਜ ਰਹੇ ਸੀ। ਮੇਰੀ ਸੱਸ ਨੂੰ ਪਤਾ ਲੱਗਿਆ ਤਾਂ ਉਹ ਵੀ ਰੌਲਾ ਪਾਉਣ ਲੱਗ ਗਈ। ਉਹ ਇਸ ਚੋਰ ਦੀ ਵਜ੍ਹਾ ਵੀ ਮੈਨੂੰ ਹੀ ਸਮਝ ਰਹੀ ਸੀ। ਮੇਰੀ ਸੱਸ ਦੀ ਆਵਾਜ਼ ਸੁਣ ਕੇ ਆਂਢ ਗੁਆਂਢ ਦੇ ਲੋਕ ਵੀ ਸਾਡੇ ਘਰ ਆ ਗਏ। ਮੇਰੀ ਸੱਸ ਨੂੰ ਪਿੰਡ ਦੀਆਂ ਔਰਤਾਂ ਕਹਿਣ ਲੱਗੀਆਂ, ਇਹ ਸਭ ਕੁਝ ਤੇਰੀ ਨੂੰਹ ਦੀ ਵਜ੍ਹਾ ਕਰਕੇ ਹੋਇਆ, ਤੇਰੇ ਘਰ ਇਸ ਤਰ੍ਹਾਂ ਦੀਆਂ ਬਰਬਾਦੀਆਂ ਹੀ ਹੋਣਗੀਆਂ ਜਦੋਂ ਤੱਕ ਤੂੰ ਇਸ ਨੂੰ ਘਰ ਵਿੱਚ ਰੱਖੇਂਗੀ। ਮੇਰੀ ਸੱਸ ਮੇਰੇ ਵੱਲ ਬਹੁਤ ਹੀ ਗੁੱਸੇ ਨਾਲ ਦੇਖ ਰਹੀ ਸੀ। ਮੈਂ ਕਿਹਾ, ਨਹੀਂ ਮਾਂ ਜੀ, ਇਸ ਵਿੱਚ ਮੇਰੀ ਕੋਈ ਗਲਤੀ ਨਹੀਂ, ਮੈਂ ਤਾਂ ਖੁਦ ਆਵਾਜ਼ ਸੁਣ ਕੇ ਬਾਹਰ ਆਈ ਸੀ, ਪਰ ਉਦੋਂ ਤੱਕ ਚੋਰ ਚੋਰੀ ਕਰਕੇ ਭੱਜ ਚੁੱਕੇ ਸੀ। ਮੇਰੀ ਸੱਸ ਨੇ ਮੇਰੀ ਇੱਕ ਨਹੀਂ ਸੁਣੀ। ਲੋਕਾਂ ਦੇ ਸਾਹਮਣੇ ਹੀ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਧੱਕੇ ਮਾਰ ਕੇ ਘਰ ਚੋਂ ਕੱਢ ਰਹੀ ਸੀ। ਮੇਰੇ ਪਤੀ ਨੇ ਰੋਕ ਲਿਆ ਤੇ ਆਪਣੀ ਮਾਂ ਨੂੰ ਕਿਹਾ ਕਿ ਸਭ ਦੇ ਸਾਹਮਣੇ ਇਹ ਤਮਾਸ਼ਾ ਕਰਨਾ ਜ਼ਰੂਰੀ ਆ। ਮੇਰੇ ਪਤੀ ਨੇ ਲੋਕਾਂ ਨੂੰ ਵੀ ਗੁੱਸੇ 'ਚ ਘਰੋਂ ਕੱਢ ਦਿੱਤਾ ਤੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ। ਮੇਰੀ ਸੱਸ ਨੂੰ ਕਿਹਾ, ਮਾਂ
ਤੂੰ ਇਸ ਨਾਲ ਕੀ ਕਰ ਰਹੀ ਆ? ਭਲਾ ਕੋਈ ਆਪਣੇ ਘਰ ਦੀ ਨੂੰਹ ਨਾਲ ਵੀ ਇਸ ਤਰ੍ਹਾਂ ਕਰਦਾ? ਮੇਰੀ ਸੱਸ ਕਹਿਣ ਲੱਗੀ, ਮੈਂ ਨਹੀਂ ਜਾਣਦੀ, ਮੈਂ ਇਸ ਨੂੰ ਆਪਣੇ ਘਰ ਦੀ ਨੂੰਹ ਨਹੀਂ ਮੰਨਦੀ। ਇਹ ਇਸ ਘਰ ਦੀ ਨੂੰਹ ਨਹੀਂ ਬਲਕਿ ਬਹੁਤ ਵੱਡੀ ਮੁਸੀਬਤ ਆ। ਮੇਰਾ ਬੱਸ ਨਹੀਂ ਚੱਲਦਾ, ਨਹੀਂ ਤਾਂ ਮੈਂ ਇਸ ਨੂੰ ਕਦੋਂ ਦੀ ਘਰ ਚੋਂ ਕੱਢ ਦਿੰਦੀ, ਪਰ ਤੂੰ ਹਰ ਵਾਰ ਰੋਕ ਲੈਣਾ। ਫਿਰ ਮੇਰਾ ਪਤੀ ਮੈਨੂੰ ਹੱਥ ਫੜ ਕੇ ਕਮਰੇ 'ਚ ਲੈ ਗਿਆ। ਮੈਂ ਬਹੁਤ ਰੋ ਰਹੀ ਸੀ। ਮੇਰੀ ਸੱਸ ਵੀ ਗੁੱਸੇ 'ਚ ਲਾਲ ਪੀਲੀ ਹੋ ਰਹੀ ਸੀ। ਮੇਰੇ ਪਤੀ ਨੇ ਕਿਹਾ, ਕੰਚਨ ਮੈਨੂੰ ਮਾफ़ ਕਰ ਦੇ, ਸਭ ਕੁਝ ਮੇਰੀ ਵਜ੍ਹਾ ਕਰਕੇ ਹੋ ਰਿਹਾ। ਇਹ ਚੋਰੀ ਵੀ ਤੇਰੀ ਵਜ੍ਹਾ ਕਰਕੇ ਨਹੀਂ ਹੋਈ, ਬਸ ਲੋਕ ਤੇਰੇ 'ਤੇ ਆਸਾਨੀ ਨਾਲ ਇਲਜ਼ਾਮ ਲਗਾ ਦਿੰਦੇ ਆ। ਪਰ ਮੈਂ ਜਾਣਦਾ ਹਾਂ ਤੂੰ ਕਿੰਨੀ ਚੰਗੀ ਆ। ਪਰ ਜੇ ਮਾਂ ਨੂੰ ਪਤਾ ਲੱਗ ਜਾਵੇ ਕਿ ਕਮੀ ਤੇਰੇ ਅੰਦਰ ਨਹੀਂ ਬਲਕਿ ਉਹਨਾਂ ਦੇ ਬੇਟੇ ਅੰਦਰ ਆ, ਤੇਰੀ ਰਿਪੋਰਟ ਤਾਂ ਬਿਲਕੁਲ ਨੋਰਮਲ ਹੋਈ ਆ, ਤਾਂ ਫਿਰ ਮਾਂ ਤੈਨੂੰ ਕੁਝ ਨਹੀਂ ਕਹੇਗੀ। ਬਸ ਹੁਣ ਬਹੁਤ ਹੋ ਗਿਆ, ਹੁਣ ਮੈਂ ਤੈਨੂੰ ਇਸ ਹਾਲਤ ਵਿੱਚ ਬਰਦਾਸ਼ਤ ਨਹੀਂ ਕਰ ਸਕਦਾ। ਮਾਂ ਦੇ ਹੱਥੋਂ ਤੇਰੀ ਕੁੱਟ ਨਹੀਂ ਪੈਂਦੀ ਦੇਖ ਸਕਦਾ। ਮੇਰਾ ਪਤੀ ਕਮਰੇ ਵਿੱਚੋਂ ਬਾਹਰ ਜਾਣ ਲੱਗਿਆ ਤਾਂ ਮੈਂ ਜਲਦੀ ਨਾਲ ਆਪਣੇ ਪਤੀ ਦਾ ਹੱਥ ਫੜ ਲਿਆ ਤੇ ਉਸ ਨੂੰ ਰੋਕ ਲਿਆ। ਮੈਂ ਕਿਹਾ, ਨਹੀਂ ਨਹੀਂ, ਤੁਸੀਂ ਇਹ ਸਭ ਕੁਝ ਨਹੀਂ ਕਰੋਗੇ। ਜੇ ਤੁਹਾਡੀ ਇੱਜ਼ਤ ਲਈ ਮੈਨੂੰ ਸਾਰੀ ਉਮਰ ਤੁਹਾਡੀ ਮਾਂ ਦੇ ਤਾਨੇ ਮਿਹਣੇ ਮਾਰ ਸਹਿਣੀ ਪਈ ਤਾਂ ਮੈਨੂੰ ਕੋਈ ਤਕਲੀਫ ਨਹੀਂ, ਪਰ ਮੈਂ ਆਪਣੇ ਪਤੀ ਨੂੰ ਕਿਸੇ ਦੀਆਂ ਨਜ਼ਰਾਂ ਵਿੱਚ ਸ਼ਰਮਿੰਦਾ ਹੁੰਦਾ ਹੋਇਆ ਨਹੀਂ ਦੇਖ ਸਕਦੀ। ਤੁਸੀਂ ਕਿਸੇ ਨੂੰ ਵੀ ਕੁਝ ਨਹੀਂ ਦੱਸੋਗੇ। ਇਹ ਕਹਿ ਕੇ ਮੈਂ ਆਪਣੇ ਪਤੀ ਦੇ ਗਲ ਲੱਗ ਕੇ ਰੋਣ ਲੱਗ ਗਈ। ਮੈਂ ਤਾਂ ਰੋ ਰਹੀ ਸੀ। ਮੇਰੇ ਪਤੀ ਅਚਾਨਕ ਬੋਲੇ, ਮਾਂ ਤੁਸੀਂ? ਜਦੋਂ ਮੈਂ ਆਪਣੇ ਪਤੀ ਦੇ ਚਿਹਰੇ ਵੱਲ ਦੇਖਿਆ ਤਾਂ ਉਸ ਦੀ ਨਜ਼ਰ ਦਰਵਾਜ਼ੇ 'ਤੇ ਸੀ। ਜਦੋਂ ਮੈਂ ਦਰਵਾਜ਼ੇ ਵੱਲ ਦੇਖਿਆ ਤਾਂ ਮੇਰੀ ਸੱਸ ਖੜੀ ਸੀ। ਉਸ ਦੀਆਂ ਅੱਖਾਂ 'ਚ ਹੰਝੂ ਸੀ। ਉਹ ਹੌਲੀ ਹੌਲੀ ਮੇਰੇ ਵੱਲ ਆਉਣ ਲੱਗੀ। ਮੈਂ ਬੁਰੀ ਤਰ੍ਹਾਂ ਕੰਬ ਰਹੀ ਸੀ ਕਿਉਂਕਿ ਮੈਨੂੰ ਲੱਗਿਆ ਮੇਰੀ ਸੱਸ ਮੈਨੂੰ ਹੱਥ ਫੜ ਕੇ ਦੁਬਾਰਾ ਫਿਰ ਘਰੋਂ ਕੱਢਣ ਲੱਗ ਜਾਵੇਗੀ। ਪਰ ਮੇਰੀ ਸੱਸ ਨੇ ਮੇਰਾ ਹੱਥ ਫੜਿਆ ਤੇ ਰੋਣ ਲੱਗ ਗਈ ਤੇ ਮੈਨੂੰ ਕਹਿਣ ਲੱਗੀ, ਮੈਨੂੰ ਮਾफ़ ਕਰ ਦੇ ਬੇਟਾ, ਮੈਂ ਨਹੀਂ ਜਾਣਦੀ ਸੀ ਕਿ ਤੂੰ ਕਿੰਨੀ ਚੰਗੀ ਆ। ਮੇਰੇ ਬੇਟੇ ਦਾ ਇਲਜ਼ਾਮ ਆਪਣੇ ਸਿਰ 'ਤੇ ਲੈ ਰਹੀ ਸੀ, ਮੇਰੇ ਸਾਰੇ ਜ਼ੁਲਮ ਬਰਦਾਸ਼ਤ ਕਰ ਰਹੀ ਆ। ਮੈਂ ਕਦੋਂ ਦੀ ਤੈਨੂੰ ਬਾਂਝ ਕਹਿ ਰਹੀ ਆ, ਪਰ ਤੂੰ ਆਪਣੇ ਪਤੀ ਦੀ ਇੱਜ਼ਤ ਬਚਾਉਣ ਦੀ ਖਾਤਰ ਉਹ ਸਜ਼ਾ ਭੁਗਤ ਰਹੀ ਆ ਜਿਸ ਵਿੱਚ ਤੇਰੀ ਕੋਈ ਵੀ ਗਲਤੀ ਨਹੀਂ। ਮੈਨੂੰ ਮਾफ़ ਕਰ ਦੇ ਬੇਟਾ, ਮੈਂ ਤੇਰੇ ਨਾਲ ਜੋ ਕੁਝ ਵੀ ਕੀਤਾ ਉਸ ਲਈ ਬਹੁਤ ਸ਼ਰਮਿੰਦਾ ਹਾਂ। ਜੋ ਕੁਝ ਵੀ ਹੁੰਦਾ ਉਹ ਇੱਕ ਇਤਫਾਕ ਹੁੰਦਾ। ਲੋਕ ਇਲਜ਼ਾਮ ਤੇਰੇ 'ਤੇ ਲਗਾ ਦਿੰਦੇ ਸੀ, ਮੈਂ ਵੀ ਉਹਨਾਂ ਲੋਕਾਂ 'ਚ ਸ਼ਾਮਲ ਹੋ ਗਈ। ਮੇਰੀ ਸੱਸ ਮੇਰੇ ਤੋਂ ਹੱਥ ਜੋੜ ਕੇ ਮਾफ़ੀ ਮੰਗ ਰਹੀ ਸੀ ਤੇ ਰੋ ਰਹੀ ਸੀ। ਮੈਂ ਆਪਣੀ ਸੱਸ ਦੇ ਹੱਥ ਫੜ ਲਏ ਤੇ ਕਿਹਾ, ਮਾਂ ਜੀ ਤੁਸੀਂ ਇਹ ਕੀ ਕਰ ਰਹੇ ਹੋ? ਤੁਹਾਨੂੰ ਮੇਰੇ ਅੱਗੇ ਹੱਥ ਜੋੜਨ ਦਾ ਕੋਈ ਹੱਕ ਨਹੀਂ। ਫਿਰ ਮੇਰੇ ਪਤੀ ਨੇ ਆਪਣੀ ਮਾਂ ਨੂੰ ਸਾਰੀ ਸੱਚਾਈ ਦੱਸ ਦਿੱਤੀ। ਮੇਰੇ ਪਤੀ ਨੇ ਕਿਹਾ ਕਿ ਅੱਜ ਮੈਂ ਕੰਚਨ ਨੂੰ ਇਹੀ ਕਹਿਣਾ ਸੀ ਕਿ ਤੂੰ ਮੇਰੇ ਤੋਂ ਡਿਵੋਰਸ ਲੈ ਲਾ ਤੇ ਇਹ ਘਰ ਛੱਡ ਕੇ ਚਲੀ ਜਾ ਤੇ ਕਿਸੇ ਹੋਰ ਨਾਲ ਵਿਆਹ ਕਰਵਾ ਲਾ। ਪਰ ਮੈਂ ਕੰਚਨ ਨੂੰ ਛੱਡਣ ਬਾਰੇ ਤਾਂ ਸੋਚ ਵੀ ਨਹੀਂ ਸਕਦਾ। ਉਹ ਬਹੁਤ ਚੰਗੀ ਆ, ਮੈਂ ਉਸ ਨੂੰ ਬਹੁਤ ਪਿਆਰ ਕਰਦਾ। ਕੰਚਨ ਬਹੁਤ ਚੰਗੀ ਕੁੜੀ ਆ। ਲੋਕ ਇਸ 'ਤੇ ਬਿਨਾਂ ਵਜ੍ਹਾ ਹੀ ਇਲਜ਼ਾਮ ਲਗਾਉਂਦੇ ਆ, ਪਰ ਹੁਣ ਇਹ ਮੇਰੀ ਪਤਨੀ ਆ। ਮੈਂ ਕਿਸੇ ਨੂੰ ਹੱਕ ਨਹੀਂ ਦੇਵਾਂਗਾ ਕਿ ਮੇਰੀ ਪਤਨੀ 'ਤੇ ਕੋਈ ਇਲਜ਼ਾਮ ਲਗਾਵੇ। ਮੇਰੀ ਸੱਸ ਨੇ ਵੀ ਕਿਹਾ ਕਿ ਬੇਟਾ ਮੈਂ ਤੇਰੇ ਤੋਂ ਮਾफ़ੀ ਮੰਗਦੀ ਆ। ਜਦੋਂ ਤੱਕ ਮੈਂ ਇਸ ਗੱਲ ਤੋਂ ਅਣਜਾਣ ਸੀ ਮੈਂ ਲੋਕਾਂ ਦੀਆਂ ਗੱਲਾਂ 'ਚ ਆ ਜਾਂਦੀ ਸੀ, ਪਰ ਹੁਣ ਮੈਂ ਆਪਣੀ ਨੂੰਹ ਦੀ ਸੱਚਾਈ ਜਾਣ ਗਈ ਆ। ਮੇਰੀ ਬੇਟੀ ਮਾੜੇ ਨਸੀਬ ਵਾਲੀ ਨਹੀਂ ਬਲਕਿ ਬਹੁਤ ਭਾਗਾਂ ਵਾਲੀ ਆ। ਹੁਣ ਜਦੋਂ ਕੋਈ ਮੇਰੀ ਨੂੰਹ ਨੂੰ ਕੁਝ ਕਹੇਗਾ ਤਾਂ ਮੈਂ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟਾਂਗੀ। ਮੈਂ ਆਪਣੀ ਨੂੰਹ ਦੇ ਖਿਲਾਫ ਕੋਈ ਵੀ ਗੱਲ ਨਹੀਂ ਸੁਣਾਂਗੀ। ਤੂੰ ਮੇਰੀ ਨੂੰਹ ਨਹੀਂ ਬੇਟੀ ਆ। ਹੁਣ ਤੇਰੀ ਇਸ ਘਰ ਵਿੱਚ ਕੋਈ ਵੀ ਨਹੀਂ ਕੱਢੇਗਾ। ਤੂੰ ਇਸ ਘਰ ਵਿੱਚ ਸਿਰ ਚੁੱਕ ਕੇ ਜਿਉਏਂਗੀ। ਮੇਰੀ ਸੱਸ ਦੇ ਦਿਲ ਵਿੱਚ ਮੇਰੇ ਲਈ ਨਫ਼ਰਤ ਖਤਮ ਹੋ ਗਈ। ਮੇਰੀ ਸੱਸ ਨੂੰ ਬਹੁਤ ਸਦਮਾ ਲੱਗਿਆ ਕਿ ਉਸ ਦਾ ਬੇਟਾ ਨਾ ਮਰਦਾ। ਫਿਰ ਹੌਲੀ ਹੌਲੀ ਸਭ ਕੁਝ ਨੋਰਮਲ ਹੋ ਗਿਆ। ਮੈਨੂੰ ਇੱਕ ਹੋਰ ਨਵੀਂ ਖਬਰ ਮਿਲੀ ਕਿ ਮੇਰੇ ਚਾਚਾ ਚਾਚੀ ਜਿਨ੍ਹਾਂ ਨੇ ਮੈਨੂੰ ਪੂਰੀ ਦੁਨੀਆ ਭਰ ਵਿੱਚ ਖਬਰ ਫੈਲਾ ਰੱਖੀ ਸੀ ਕਿ ਮੈਂ ਕਲਮੂਹੀ ਆ, ਹੁਣ ਉਹਨਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਤੇ ਚਾਚਾ ਬਿਲਕੁਲ ਸੜਕ 'ਤੇ ਆ ਗਿਆ। ਚਾਚੀ ਦੀ ਵੀ ਹਾਲਤ ਬਹੁਤ ਬੁਰੀ ਆ। ਫਿਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਸੀਂ ਕੰਚਨ ਨਾਲ ਬਹੁਤ ਬੁਰਾ ਕੀਤਾ ਸੀ, ਸਾਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ ਆ। ਫਿਰ ਉਹ ਇੱਕ ਦਿਨ ਮੇਰੇ ਤੋਂ ਮਾफ़ੀ ਮੰਗਣ ਆਏ। ਮੈਂ ਉਹਨਾਂ ਨੂੰ ਮਾफ़ ਕਰ ਦਿੱਤਾ, ਪਰ ਉਹਨਾਂ ਦੀ ਕੋਈ ਵੀ ਮਦਦ ਨਹੀਂ ਕਰ ਸਕਦੀ ਸੀ ਕਿਉਂਕਿ ਮੇਰੇ ਪਤੀ ਦੇ ਹਾਲਾਤ ਵੀ ਖਰਾਬ ਹੀ ਚੱਲ ਰਹੇ ਸੀ। ਹੌਲੀ ਹੌਲੀ ਮੇਰੇ ਪਤੀ ਬਿਲਕੁਲ ਨੋਰਮਲ ਹੋ ਗਏ ਤੇ ਉਹਨਾਂ ਨੇ ਆਪਣਾ ਕੰਮ ਕਰਨਾ ਸਟਾਰਟ ਕਰ ਦਿੱਤਾ। ਹੁਣ ਸਾਡੇ ਘਰ ਦੇ ਹਾਲਾਤ ਬਹੁਤ ਵਧੀਆ ਹੋ ਗਏ। ਜਦੋਂ ਕੋਈ ਮੇਰੇ ਬਾਰੇ ਗਲਤ ਬੋਲਦਾ ਸੀ ਤਾਂ ਮੇਰੀ ਸੱਸ ਉਹਨਾਂ ਨੂੰ ਬਹੁਤ ਗੱਲਾਂ ਸੁਣਾਉਂਦੀ ਤੇ ਉਹ ਕੰਨਾਂ 'ਤੇ ਹੱਥ ਰੱਖ ਕੇ ਨਿਕਲ ਜਾਂਦੇ ਸੀ। ਹੁਣ ਮੈਨੂੰ ਆਪਣੀ ਦਾਦੀ ਦੀ ਕਹੀ ਗੱਲ ਯਾਦ ਆਉਂਦੀ ਸੀ। ਮੇਰੀ ਦਾਦੀ ਕਹਿੰਦੀ ਸੀ ਕਿ ਇੱਕ ਨਾ ਇੱਕ ਦਿਨ ਤੇਰੀ ਜ਼ਿੰਦਗੀ 'ਚ ਬਹੁਤ ਸਾਰੀਆਂ ਖੁਸ਼ੀਆਂ ਆਉਣਗੀਆਂ। ਰੱਬ ਦੇ ਘਰ ਦੇਰ ਆ ਹਨੇਰ ਨਹੀਂ। ਉਹ ਦਿਨ ਮੇਰੀ ਜ਼ਿੰਦਗੀ 'ਚ ਆ ਗਿਆ ਸੀ। ਮੈਨੂੰ ਇਕੱਠਿਆਂ ਹੀ ਬਹੁਤ ਸਾਰੀਆਂ ਖੁਸ਼ੀਆਂ ਮਿਲ ਗਈਆਂ। ਮੇਰੇ ਪਤੀ ਮੈਨੂੰ ਬਹੁਤ ਪਿਆਰ ਕਰਦੇ। ਮੇਰੀ ਸੱਸ ਵੀ ਮੈਨੂੰ ਆਪਣੀ ਬੇਟੀ ਸਮਝਦੀ।
ਇੱਕ ਦਿਨ ਮੇਰੇ ਪਤੀ ਨੇ ਅਨਾਥ ਆਸ਼ਰਮ ਵਿੱਚੋਂ ਇੱਕ ਬੱਚੇ ਨੂੰ ਅਡਾਪਟ ਕਰ ਲਿਆ। ਹੁਣ ਅਸੀਂ ਦੋਨੋਂ ਪਤੀ ਪਤਨੀ ਉਸ ਬੱਚੇ ਦੇ ਮਾਤਾ ਪਿਤਾ ਬਣ ਗਏ। ਮੇਰੀ ਸੱਸ ਵੀ ਬਹੁਤ ਖੁਸ਼ ਸੀ। ਮੈਂ ਆਪਣੀ ਜ਼ਿੰਦਗੀ ਖੁਸ਼ਹਾਲ ਗੁਜ਼ਾਰ ਰਹੀ ਹਾਂ। ਮੈਂ ਤੁਹਾਨੂੰ ਵੀ ਇਹੀ ਦੱਸਣਾ ਚਾਹੁੰਦੀ ਹਾਂ ਕਿ ਕਿਸੇ 'ਤੇ ਵੀ ਬਿਨਾਂ ਸੋਚੇ ਸਮਝੇ ਕੋਈ ਵੀ ਇਲਜ਼ਾਮ ਨਹੀਂ ਲਗਾਉਣਾ ਚਾਹੀਦਾ ਜੋ ਅੱਗੇ ਜਾ ਕੇ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ। ਜੇ ਚੈਨਲ 'ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ।